ਐਮਰਜੈਂਸੀ। ਅੱਜ ਅਸੀਂ ਐਮਰਜੈਂਸੀ ਵਾਲੇ ਟੌਪਿਕ ਨੂੰ ਖਤਮ ਕਰਾਂਗੇ। ਸੋ ਐਮਰਜੈਂਸੀ ਜਿਹਦੇ ਬਾਰੇ ਮੈਨੂੰ ਕਾਫੀ ਬੱਚੇ ਪੁੱਛ ਰਹੇ ਸੀ ਜੀ, ਐਮਰਜੈਂਸੀ ਵਾਲਾ ਟੌਪਿਕ ਪੈਂਡਿੰਗ ਹੈ, ਤਾਂ ਅੱਜ ਅਸੀਂ ਆਪਣੀ ਕਲਾਸ ਦੇ ਵਿੱਚ ਇਸ ਟੌਪਿਕ ਨੂੰ ਕੰਪਲੀਟ ਕਰਾਂਗੇ ਔਰ ਕੱਲ ਨੂੰ ਆਪਾਂ ਕਰਾਂਗੇ ਜੀ ਸੈਂਟਰ ਸਟੇਟ ਰਿਲੇਸ਼ਨਸ ਦੇ ਕੁਐਸਚਨਸ। ਇਹ ਯਾਦ ਰੱਖਿਓ, ਪਹਿਲਾਂ ਵਾਲੇ ਟੌਪਿਕਸ ਦੇ ਕੁਐਸਚਨਸ ਵੀ ਪਏ ਹੋਣਗੇ, ਉਹਨਾਂ ਨੂੰ ਵੀ ਅਸੀਂ ਕਵਰ ਕਰਾਂਗੇ। ਸ਼ਾਇਦ ਇਸ ਵੀਕ ਅਸੀਂ ਕੁਐਸਚਨਸ ਤੇ ਜ਼ਿਆਦਾ ਕਨਸੈਂਟਰੇਟ ਕਰੀਏ ਕਿਉਂਕਿ ਪਿਛਲਾ ਵੀਕ ਅਸੀਂ ਜ਼ਿਆਦਾ ਥਿਉਰੀ ਪੜ੍ਹੀ ਹੈਗੀ। ਸੋ ਜਦੋਂ ਅਸੀਂ ਆਪਣੇ ਦੇਸ਼ ਦੇ ਵਿੱਚ ਐਮਰਜੈਂਸੀ ਦੀ ਗੱਲ ਕਰਦੇ ਹਾਂ ਤਾਂ ਐਮਰਜੈਂਸੀ ਦਾ ਜ਼ਿਕਰ ਜਿਹੜਾ ਆਉਂਦਾ ਹੈ ਉਹ ਸਾਡੇ ਭਾਰਤੀ ਸੰਵਿਧਾਨ ਦੇ ਭਾਗ 18 ਦੇ ਵਿੱਚ ਆਉਂਦਾ ਹੈ ਔਰ ਜਿਹਦੇ ਵਿੱਚ ਸਾਨੂੰ ਆਰਟੀਕਲ ਆਲਮੋਸਟ ਸਾਰੇ ਬੱਚਿਆਂ ਨੂੰ ਪਤਾ ਹੁੰਦੇ ਨੇ, 352 ਤੋਂ ਲੈ ਕੇ 360 ਨੰਬਰ ਆਰਟੀਕਲ। ਭਾਗ 18 ਨੂੰ ਕੁਝ ਇਸ ਤਰੀਕੇ ਦੇ ਨਾਲ ਲਿਖਿਆ ਜਾਂਦਾ ਹੈ, ਕਈ ਵਾਰੀ ਬੱਚੇ ਕਲਾਸ ਦੇ ਵਿੱਚ ਇਹ ਜਿਹੜਾ ਰੋਮਨ ਹੈ ਇਹਨੂੰ ਦੇਖ ਕੇ ਕਨਫਿਊਜ਼ ਹੋ ਜਾਂਦੇ ਨੇ। ਤਾਂ ਜਿਹੜਾ ਭਾਗ 18 ਹੈ ਜ਼ਿਆਦਾਤਰ ਇਹ ਫਾਰਮ 'ਚ ਵੀ ਲਿਖਿਆ ਜਾਂਦਾ ਹੈਗਾ। ਭਾਗ 18 ਸਾਡੇ ਭਾਰਤੀ ਸੰਵਿਧਾਨ ਦਾ ਐਮਰਜੈਂਸੀ ਦੇ ਕੰਸਰਨ ਗੱਲ ਕਰਦਾ ਹੈ। ਆਰਟੀਕਲ 352 ਤੋਂ ਲੈ ਕੇ 360 ਦੇ ਵਿੱਚ ਅਸੀਂ ਐਮਰਜੈਂਸੀ ਦੇ ਪ੍ਰਬੰਧ ਨੇ ਜਿਹੜੇ ਉਹਨਾਂ ਨੂੰ ਰੱਖਿਆ ਹੋਇਆ ਹੈਗਾ। ਹੁਣ ਇੱਕ ਗੱਲ ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਐਮਰਜੈਂਸੀ ਦਾ ਪ੍ਰੋਵੀਜ਼ਨ ਹੈ ਇਹ ਪੂਰੇ ਦੁਨੀਆ ਨੂੰ ਦੇਣ ਵਾਲਾ ਦੇਸ਼ ਜਿਹੜਾ ਹੈਗਾ ਬੱਚਿਓ ਉਹ ਕੌਣ ਹੈ? ਜਰਮਨੀ ਆ। ਜਰਮਨੀ ਨੇ ਪੂਰੀ ਦੁਨੀਆ ਨੂੰ ਐਮਰਜੈਂਸੀ ਦਾ ਕਨਸੈਪਟ ਦਿੱਤਾ। ਕਈ ਵਾਰੀ ਜਦੋਂ ਸਾਡੇ ਪੇਪਰ ਦੇ ਵਿੱਚ ਸਵਾਲ ਪੁੱਛਿਆ ਜਾਂਦਾ ਹੈ ਕਿ ਐਮਰਜੈਂਸੀ ਪ੍ਰਬੰਧ ਅਸੀਂ ਕਿੱਥੋਂ ਕਾਪੀ ਕਰੇ ਨੇ, ਤਾਂ ਸਾਡੀ ਆਪਸ਼ਨ ਦੇ ਵਿੱਚ ਜਰਮਨੀ ਆਪਸ਼ਨ ਨਾ ਹੋ ਕੇ ਕਿਹੜਾ ਆਪਸ਼ਨ ਹੁੰਦਾ ਹੈਗਾ? ਗਵਰਨਮੈਂਟ ਆਫ ਇੰਡੀਆ ਐਕਟ 1935 ਵਾਲਾ ਆਪਸ਼ਨ ਹੁੰਦਾ ਹੈਗਾ। ਹੁਣ ਇਹ ਦੋਵੇਂ ਹੀ ਆਪਸ਼ਨ ਐਮਰਜੈਂਸੀ ਦੇ ਪ੍ਰਬੰਧ ਨੂੰ ਲੈ ਕੇ ਕਰੈਕਟ ਆਪਸ਼ਨ ਨੇ, ਰਾਈਟ ਆਪਸ਼ਨ ਨੇ। ਕਿਵੇਂ, ਉਹਨੂੰ ਆਪਾਂ ਥੋੜਾ ਜਿਹਾ ਡਿਸਕਸ ਕਰਦੇ ਹਾਂ। ਦੇਖੋ ਜੀ, ਪੂਰੀ ਦੁਨੀਆ ਨੂੰ ਐਮਰਜੈਂਸੀ ਪ੍ਰੋਵੀਜ਼ਨਸ ਦਾ ਕਨਸੈਪਟ ਬਿਨਾਂ ਸ਼ੱਕ ਤੋਂ ਜਰਮਨੀ ਨੇ ਹੀ ਦਿੱਤਾ, ਪਰ ਅਸੀਂ ਆਪਣੇ ਭਾਰਤੀ ਸੰਵਿਧਾਨ ਦੇ ਵਿੱਚ ਇਸ ਐਮਰਜੈਂਸੀ ਦੇ ਪ੍ਰਬੰਧ ਨੂੰ ਪਹਿਲਾਂ ਹੀ ਲਿਆ ਚੁੱਕੇ ਸੀ, ਜੋ ਕਿ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਤਹਿਤ ਆਉਂਦਾ ਹੈਗਾ। ਇਸ ਤੋਂ ਇਲਾਵਾ ਸਾਨੂੰ ਜੇਕਰ ਪੇਪਰ ਦੇ ਵਿੱਚ ਜਰਮਨੀ ਆਪਸ਼ਨ ਪ੍ਰੈਜ਼ੈਂਟ ਆ ਤਾਂ ਸਾਡਾ ਆਨਸਰ ਜਰਮਨੀ ਹੋਊਗਾ। ਜੇ ਜਰਮਨੀ ਆਪਸ਼ਨ ਪ੍ਰੈਜ਼ੈਂਟ ਨਹੀਂ ਆ ਤਾਂ ਸਾਡਾ ਆਨਸਰ ਡੈਫੀਨੇਟਲੀ ਭਾਰਤੀ ਸਰਕਾਰ ਐਕਟ 1935 ਹੀ ਹੋਵੇਗਾ, GOI ਐਕਟ 1935 ਹੋਵੇਗਾ। ਦੂਸਰਾ ਪੁਆਇੰਟ ਇੱਥੇ ਧਿਆਨ ਚ ਰੱਖਣਾ ਹੈ ਕਿ ਕਈ ਵਾਰੀ ਸਾਨੂੰ ਹੋਰ ਕਨਫਿਊਜ਼ ਕਰਕੇ ਕੁਐਸਚਨ ਪੁੱਛਿਆ ਜਾ ਸਕਦਾ ਹੈ, ਜਿਵੇਂ ਕਿ ਸਾਨੂੰ ਪੁੱਛਿਆ ਜਾਂਦਾ ਹੈ ਕਿ ਸਾਡੇ ਦੇਸ਼ ਦੇ ਵਿੱਚ ਐਮਰਜੈਂਸੀ ਦੇ ਦੌਰਾਨ ਜਿਹੜੇ ਮੌਲਿਕ ਅਧਿਕਾਰ ਨੇ ਉਹ ਸਸਪੈਂਡ ਹੋ ਜਾਂਦੇ ਨੇ, ਮੁਅੱਤਲ ਹੋ ਜਾਂਦੇ ਨੇ। ਇਹ ਪੁਆਇੰਟ ਅਸੀਂ ਮੌਲਿਕ ਅਧਿਕਾਰਾਂ ਦੇ ਪੁਆਇੰਟ 'ਚ ਵੀ ਪੜਿਆ ਸੀ ਹਨਾ, ਕਿ ਖਾਸ ਕਰਕੇ 19 ਨੰਬਰ ਜਿਹੜਾ ਫੰਡਾਮੈਂਟਲ ਰਾਈਟ ਹੈ ਨਾ, ਇਹ ਐਮਰਜੈਂਸੀ ਦੇ ਦੌਰਾਨ ਸਸਪੈਂਡ ਕਰ ਦਿੱਤਾ ਜਾਂਦਾ ਹੈ। ਇਹ ਪ੍ਰਬੰਧ ਅਸੀਂ ਕਿੱਥੋਂ ਕਾਪੀ ਕਰਕੇ ਲੈ ਕੇ ਆਏ ਹਾਂ? ਮੈਂ 2-3 ਪੇਪਰਾਂ 'ਚ ਕੁਝ ਇਸ ਤਰੀਕੇ ਦੇ ਸਵਾਲ ਵੀ ਦੇਖੇ ਨੇ। ਤਾਂ ਉਦੋਂ ਸਾਡਾ ਆਨਸਰ ਡੈਫੀਨੇਟਲੀ ਕੀ ਹੋਊਗਾ? ਜਰਮਨੀ ਹੀ ਹੋਊਗਾ, ਕਿ ਐਮਰਜੈਂਸੀ ਦੇ ਦੌਰਾਨ ਜਿਹੜੇ ਸਾਡੇ ਮੌਲਿਕ ਅਧਿਕਾਰ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ। ਕਦੇ ਵੀ ਐਗਜ਼ਾਮੀਨਰ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਕਨਫਿਊਜ਼ ਕਰਕੇ ਕੁਐਸਚਨ ਪੁੱਛ ਸਕਦਾ ਹੈ, ਪਰ ਤੁਸੀਂ ਇਹ ਦਾਇਰੇ ਤੋਂ ਬਾਹਰ ਨਹੀਂ ਜਾਣਾ। ਜੇ ਤੁਹਾਨੂੰ ਐਮਰਜੈਂਸੀ ਪ੍ਰਬੰਧ ਪੁੱਛਿਆ ਤਾਂ ਜਰਮਨੀ ਤੇ ਗਵਰਨਮੈਂਟ ਆਫ ਇੰਡੀਆ ਐਕਟ 1935 ਦੋਵੇਂ ਨਹੀਂ ਆਪਸ਼ਨ 'ਚ ਹੋਣਗੇ, ਡੈਫੀਨੇਟਲੀ ਇੱਕੋ ਆਪਸ਼ਨ 'ਚ ਹੋਊਗਾ ਤੇ ਉਹੀ ਆਪਸ਼ਨ ਤੁਹਾਡੀ ਕਰੈਕਟ ਆਪਸ਼ਨ ਬਣੂਗੀ। ਔਰ ਕਈ ਵਾਰੀ ਐਮਰਜੈਂਸੀ ਜਗ੍ਹਾ ਤੇ ਉਹ ਇਹ ਪੁੱਛ ਲੈਂਦਾ ਹੈ ਕਿ ਐਮਰਜੈਂਸੀ ਦੇ ਦੌਰਾਨ ਸਾਡੇ ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹ ਸਸਪੈਂਡ ਹੁੰਦੇ ਨੇ, ਤਾਂ ਉਹ ਕਿੱਥੋਂ ਲਿਆਂਦਾ ਹੈ? ਤਾਂ ਸਾਡਾ ਉਹ ਆਨਸਰ ਕੀ ਹੋਊਗਾ? ਜਰਮਨੀ। ਤਾਂ ਦੋ ਤਰੀਕੇ ਨਾਲ ਸਾਨੂੰ ਇਹ ਸਵਾਲ ਜਿਹੜਾ ਹੈ ਉਹ ਪੁੱਛਿਆ ਜਾਂਦਾ ਹੈ। ਆਪਾਂ ਇਹਦੇ ਕੱਲੇ ਆਰਟੀਕਲਸ ਵੀ ਕਰਾਂਗੇ। ਅੱਜ ਤੱਕ ਆਪਾਂ ਸਿਰਫ 3 ਆਰਟੀਕਲ ਪੜ੍ਹਦੇ ਹਾਂ, 352, 356 ਤੇ 360। ਅੱਜ ਆਪਾਂ ਆਪਣੀ ਕਲਾਸ ਦੇ ਵਿੱਚ 53, 54, 354, 355, 357, 358 ਉਹਨਾਂ ਬਾਰੇ ਵੀ ਜ਼ਿਕਰ ਕਰਾਂਗੇ। ਪਰ ਉਸ ਤੋਂ ਪਹਿਲਾਂ ਅਸੀਂ ਉਹਨਾਂ ਆਰਟੀਕਲਸ ਤੇ ਜਾਈਏ, ਸਾਨੂੰ ਪਹਿਲਾਂ ਐਮਰਜੈਂਸੀ ਦਾ ਜਿਹੜਾ ਇੱਕ ਥਿਉਰੀ ਪੋਰਸ਼ਨ ਹੈ ਉਹਨੂੰ ਕਵਰ ਕਰਨਾ ਪੈਣਾ। ਜਦੋਂ ਅਸੀਂ ਆਪਣੇ ਦੇਸ਼ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ, ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਰਤ ਦੇ ਵਿੱਚ ਜਿਹੜੀ ਐਮਰਜੈਂਸੀ ਆ ਉਹ 3 ਤਰ੍ਹਾਂ ਦੀ ਲੱਗਦੀ ਹੈ। 3 ਟਾਈਪਸ ਆਫ ਐਮਰਜੈਂਸੀਜ਼ ਭਾਰਤ ਦੇ ਵਿੱਚ ਲੱਗਦੀਆਂ ਨੇ, ਜਿਹਦੇ ਵਿੱਚ ਸਭ ਤੋਂ ਪਹਿਲੀ ਐਮਰਜੈਂਸੀ ਹੈਗੀ ਹੈ ਜੀ ਜਿਹੜੀ ਉਹ ਤੁਹਾਡੀ ਨੈਸ਼ਨਲ ਐਮਰਜੈਂਸੀ ਹੈ।
ਜਿਹਨੂੰ ਤੁਸੀਂ ਰਾਸ਼ਟਰੀ ਸੰਕਟ ਕਾਲ ਕਹਿ ਦਿੰਦੇ ਹੋ। ਨੈਸ਼ਨਲ ਐਮਰਜੈਂਸੀ ਨੂੰ ਤੁਸੀਂ ਕੀ ਬੋਲਦੇ ਹੋ? ਰਾਸ਼ਟਰੀ ਸੰਕਟ ਕਾਲ ਬੋਲ ਦਿੰਦੇ ਹੋ। ਦੂਸਰੇ ਨੰਬਰ ਤੇ ਜੀ ਤੁਹਾਡੀ ਸਟੇਟ ਐਮਰਜੈਂਸੀ ਹੈ, ਜਿਹਨੂੰ ਤੁਸੀਂ ਸਟੇਟ ਐਮਰਜੈਂਸੀ ਵੀ ਕਹਿ ਦਿੰਦੇ ਹੋ, ਕਨਸਟੀਟਿਊਸ਼ਨਲ ਐਮਰਜੈਂਸੀ ਵੀ ਕਹਿ ਦਿੰਦੇ ਹੋ, ਰਾਜ ਸੰਕਟ ਕਾਲ ਵੀ ਕਹਿ ਦਿੰਦੇ ਹੋ, ਔਰ ਡੈਫੀਨੇਟਲੀ ਸੰਵਿਧਾਨਕ ਸੰਕਟ ਕਾਲ ਵੀ ਕਹਿ ਦਿੰਦੇ ਹੋ। ਤੀਸਰੇ ਨੰਬਰ ਦੀ ਐਮਰਜੈਂਸੀ ਜਿਹੜੀ ਹੈਗੀ ਹੈ ਜੀ, ਉਹ ਤੁਹਾਡੀ ਫਾਈਨੈਂਸ਼ੀਅਲ ਐਮਰਜੈਂਸੀ ਹੈ, ਜਿਹਨੂੰ ਤੁਸੀਂ ਵਿੱਤੀ ਸੰਕਟ ਕਾਲ ਕਹਿ ਦਿੰਦੇ ਹੋ। ਫਾਈਨੈਂਸ਼ੀਅਲ ਐਮਰਜੈਂਸੀ ਨੂੰ ਤੁਸੀਂ ਕੀ ਕਹਿ ਦਿੰਦੇ ਹੋ? ਵਿੱਤੀ ਸੰਕਟ ਕਾਲ। ਤਾਂ ਪਹਿਲੀ ਗੱਲ ਸਾਨੂੰ ਇਹਨਾਂ ਤਿੰਨਾਂ ਟਾਈਪਸ ਦਾ ਪਤਾ ਹੋਣਾ ਚਾਹੀਦਾ। ਉਸ ਤੋਂ ਬਾਅਦ ਅਸੀਂ ਇਹਨਾਂ ਤਿੰਨਾਂ ਐਮਰਜੈਂਸੀ ਨੂੰ 1 ਬਾਈ 1 ਡਿਸਕਸ ਕਰਾਂਗੇ ਕਿ ਸਾਡੀ ਨੈਸ਼ਨਲ ਐਮਰਜੈਂਸੀ ਕਿਉਂ ਲੱਗਦੀ ਆ, ਕਿਵੇਂ ਲੱਗਦੀ ਆ, ਕੀ ਇਫੈਕਟਸ ਨੇ, ਕੀ ਕੀ ਪ੍ਰਭਾਵ ਪੈ ਰਹੇ ਨੇ, ਉਹ ਸਾਰੀਆਂ ਚੀਜ਼ਾਂ ਅਸੀਂ ਡਿਸਕਸ ਕਰਾਂਗੇ। ਸੋ ਪਹਿਲਾਂ ਅਸੀਂ ਸਾਡੀ ਸਭ ਤੋਂ ਪਹਿਲਾਂ ਲੱਗਣ ਵਾਲੀ ਰਾਸ਼ਟਰੀ ਸੰਕਟ ਕਾਲ ਭਾਵ ਕਿ ਨੈਸ਼ਨਲ ਐਮਰਜੈਂਸੀ ਜਿਹੜੀ ਹੈ ਉਹਨੂੰ ਡਿਸਕਸ ਕਰਦੇ ਹਾਂ। ਲਓ ਜੀ, ਹੈਡਿੰਗ ਬਣਾਉਣੇ ਆ ਨੈਸ਼ਨਲ ਐਮਰਜੈਂਸੀ, ਜਿਹਨੂੰ ਤੁਸੀਂ ਪੰਜਾਬੀ ਦੇ ਵਿੱਚ ਬੋਲ ਦਿੰਦੇ ਹੋ ਰਾਸ਼ਟਰੀ ਸੰਕਟ ਕਾਲ। ਇਹਦਾ ਜਿਹੜਾ ਆਰਟੀਕਲ ਹੈ ਜਿਹਦੇ ਵਿੱਚ ਸਾਡੇ ਇਹ ਕਿਹਾ ਗਿਆ ਹੈ ਕਿ ਭਾਰਤ ਵਿੱਚ ਰਾਸ਼ਟਰੀ ਐਮਰਜੈਂਸੀ ਲੱਗੇਗੀ, ਇਹ ਆਰਟੀਕਲ ਹੈਗਾ ਜੀ 352। ਤਾਂ ਸਾਨੂੰ ਡਾਇਰੈਕਟ ਕੁਐਸਚਨ ਆਉਣ ਦੀ ਵੀ ਬਹੁਤ ਸੰਭਾਵਨਾ ਕਿ ਕਿਹੜੇ ਆਰਟੀਕਲ ਦੇ ਹੇਠ ਅਸੀਂ ਨੈਸ਼ਨਲ ਐਮਰਜੈਂਸੀ ਦੀ ਗੱਲ ਕਰਦੇ ਹਾਂ, ਤਾਂ ਆਰਟੀਕਲ 352 ਹੈ। ਜਦੋਂ ਵੀ ਕੋਈ ਐਮਰਜੈਂਸੀ ਲੱਗਣ ਦੀ ਗੱਲ ਕਰਾਂਗੇ, ਸਭ ਤੋਂ ਪਹਿਲਾਂ ਉਸ ਐਮਰਜੈਂਸੀ ਦਾ ਇੱਕ ਕਾਜ਼ ਦੇਖਣਾ, ਕਾਰਨ ਦੇਖਣਾ ਕਿ ਕਿਸ ਕਾਰਨ ਕਰਕੇ ਐਮਰਜੈਂਸੀ ਲੱਗ ਰਹੀ ਹੈ। ਤਾਂ ਸਭ ਤੋਂ ਪਹਿਲਾਂ ਜੇ ਅਸੀਂ ਇਸ ਐਮਰਜੈਂਸੀ ਦਾ ਕਾਰਨ ਦੇਖੀਏ, ਰੀਜ਼ਨਸ ਦੇਖੀਏ ਕਿ ਕਿਹੜੇ-ਕਿਹੜੇ ਰੀਜ਼ਨਸ ਨੇ, ਤਾਂ ਸਾਡੇ ਕੋਲੇ ਬੇਸਿਕ 2 ਰੀਜ਼ਨਸ ਨੇ। ਇੱਕ ਤਾਂ ਇਹ ਰੀਜ਼ਨ ਹੈ ਪਹਿਲਾ ਕਿ ਜਦੋਂ ਸਾਡੇ ਦੇਸ਼ ਦਾ ਯੁੱਧ ਕਿਸੇ ਬਾਹਰੀ ਦੇਸ਼ ਨਾਲ ਲੱਗ ਜੇ। ਫॉर एग्जांपल ਤੁਸੀਂ ਸਾਰੇ ਜਾਣਦੇ ਹੋ ਕਿ ਸਾਡਾ ਪਾਕਿਸਤਾਨ ਨਾਲ ਵਾਰ ਲੱਗਿਆ, ਸਾਡਾ ਚਾਈਨਾ ਨਾਲ ਵਾਰ ਲੱਗਿਆ, ਤਾਂ ਉਹਨਾਂ ਸਮਿਆਂ ਦੇ ਦੌਰਾਨ ਸਾਡੇ ਦੇਸ਼ ਦੇ ਵਿੱਚ ਐਮਰਜੈਂਸੀ ਡਿਕਲੇਅਰ ਕੀਤੀ ਗਈ ਸੀ। ਤਾਂ ਇਹਦਾ ਭਾਵ ਜਦੋਂ ਸਾਡੇ ਦੇਸ਼ ਦਾ ਯੁੱਧ ਕਿਸੇ ਵੀ ਬਾਹਰੀ ਦੇਸ਼ ਦੇ ਨਾਲ ਲੱਗਦਾ ਹੈ, ਤਾਂ ਉਦੋਂ ਸਾਡੇ ਦੇਸ਼ ਦੇ ਵਿੱਚ ਐਮਰਜੈਂਸੀ ਡਿਕਲੇਅਰ ਕੀਤੀ ਜਾਂਦੀ ਹੈ, ਪਹਿਲਾ ਕਾਜ਼ ਹੈ। ਦੂਸਰਾ ਕਾਰਨ ਇਹਦੇ ਵਿੱਚ ਕੀ ਹੈ ਕਿ ਕਈ ਵਾਰੀ ਸਾਡੇ ਦੇਸ਼ ਦੇ ਵਿੱਚ ਇੰਟਰਨਲ ਡਿਸਟਰਬੈਂਸ ਕਰਕੇ, ਜਿਹਨੂੰ ਤੁਸੀਂ ਇੰਟਰਨਲ ਡਿਸਟਰਬੈਂਸ ਬੋਲਦੇ ਹੋ, ਇਹਨੂੰ ਅੰਗਰੇਜ਼ੀ 'ਚ ਵੀ ਲਿਖ ਲਿਆ ਕਰੋ, ਜਿਹਨੂੰ ਤੁਸੀਂ ਪੰਜਾਬੀ ਦੇ ਵਿੱਚ ਅੰਦਰੂਨੀ ਗੜਬੜ ਬੋਲਦੇ ਹੋ, ਅੰਦਰੂਨੀ ਗੜਬੜ ਕਰਕੇ। ਪਰ ਇੱਕ ਇੱਥੇ ਬਹੁਤ ਇੰਪੋਰਟੈਂਟ ਫੈਕਟ ਦੱਸਦੀ ਹਾਂ ਕਿ ਇੰਟਰਨਲ ਡਿਸਟਰਬੈਂਸ ਸ਼ਬਦ ਨੂੰ ਰੀਪਲੇਸ ਕਰ ਦਿੱਤਾ ਗਿਆ ਹੈ। ਕਿਹਦੇ ਨਾਲ ਰੀਪਲੇਸ ਕੀਤਾ ਹੈ? ਆਰਮਡ ਰੈਬੇਲੀਅਨ ਦੇ ਨਾਲ। ਇਹ ਕੁਐਸਚਨ ਅੱਛੇ ਪੇਪਰਾਂ ਦੇ ਵਿੱਚ ਪੁੱਛਿਆ ਗਿਆ, 2 ਤੋਂ 3 ਵਾਰੀ ਸਵਾਲ ਹੈ ਕਿ ਸਾਡੇ ਦੇਸ਼ ਦੇ ਵਿੱਚ ਜੇ ਅਸੀਂ ਪ੍ਰੈਜ਼ੈਂਟ ਦੇਖੀਏ ਤਾਂ ਜਿਹੜਾ ਸਾਡਾ ਨੈਸ਼ਨਲ ਐਮਰਜੈਂਸੀ ਹੈ, ਇਹਦੇ ਵਿੱਚ ਇੰਟਰਨਲ ਡਿਸਟਰਬੈਂਸ ਵਾਲਾ ਜਿਹੜਾ ਨਾਮ ਹੈ ਉਹ ਕੱਟ ਕੇ ਉਹਦੀ ਜਗ੍ਹਾ ਤੇ ਕੀ ਲਿਖਿਆ ਗਿਆ? ਆਰਮਡ ਰੈਬੇਲੀਅਨ ਲਿਖਿਆ ਗਿਆ। ਥੋੜੀ ਜਿਹੀ ਨੌਲੇਜ ਸ਼ਾਇਦ ਤੁਸੀਂ ਇਸ ਚੀਜ਼ ਬਾਰੇ ਰੱਖਦੇ ਹੋ, ਅਸੀਂ ਅੱਗੇ ਜਾ ਕੇ ਵੀ ਡਿਸਕਸ ਕਰਾਂਗੇ ਕਿ ਜਦੋਂ ਸਾਡੇ ਦੇਸ਼ ਦੇ ਵਿੱਚ ਇੰਦਰਾ ਗਾਂਧੀ ਦੀ ਸਰਕਾਰ ਸੀ 1975 ਵੇਲੇ, ਉਦੋਂ ਸਾਡੇ ਦੇਸ਼ ਦੇ ਵਿੱਚ ਲੱਗੀ ਸੀ ਇੰਟਰਨਲ ਡਿਸਟਰਬੈਂਸ ਕਰਕੇ ਐਮਰਜੈਂਸੀ। ਉਸ ਤੋਂ ਬਾਅਦ ਇਹਦਾ ਨਾਮ ਬਦਲ ਕੇ ਆਰਮਡ ਰੈਬੇਲੀਅਨ ਕਰ ਦਿੱਤਾ। ਇਸ ਚੀਜ਼ ਨੂੰ ਤੁਸੀਂ ਧਿਆਨ 'ਚ ਰੱਖੋਗੇ। ਅਗਲਾ ਪੁਆਇੰਟ ਇੱਥੇ ਕੀ ਇੰਪੋਰਟੈਂਟ ਆ ਕਿ ਕਿਹੜੀ ਸੋਧ ਦੇ ਨਾਲ, ਡੈਫੀਨਿਟਲੀ ਜੇ ਅਸੀਂ ਕੋਈ ਚੇਂਜ ਕਰਿਆ, ਜੇ ਅਸੀਂ ਕੋਈ ਬਦਲਾਵ ਕਰਿਆ, ਤਾਂ ਉਹਦੇ ਵਾਸਤੇ ਕੋਈ ਨਾ ਕੋਈ ਸੋਧ ਵੀ ਹੋਈ ਹੋਣੀ ਹੈ। ਤਾਂ ਇਹਦੇ ਵਾਸਤੇ ਜਿਹੜਾ ਅਮੈਂਡਮੈਂਟ ਹੋਇਆ ਉਹ ਹੋਇਆ ਜੀ 44ਵੀਂ ਸੰਵਿਧਾਨਕ ਸੋਧ 1978। ਤਾਂ ਫਿਰ ਅਸੀਂ ਇਹਨੂੰ ਕਿਵੇਂ ਪੜ੍ਹ ਸਕਦੇ ਹਾਂ ਕਿ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ 44ਵੀਂ ਸੋਧ 1978 ਦੇ ਤਹਿਤ ਇਹ ਅੰਦਰੂਨੀ ਗੜਬੜ ਵਾਲੇ ਸ਼ਬਦ ਨੂੰ ਅਸੀਂ ਬਦਲ ਕੇ ਕਿਹੜਾ ਸ਼ਬਦ ਐਡ ਕਰ ਦਿੱਤਾ ਹੈ? ਆਰਮਡ ਰੈਬੇਲੀਅਨ ਸ਼ਬਦ ਐਡ ਕਰ ਦਿੱਤਾ ਹੈ। ਤਾਂ ਜਦੋਂ ਅਸੀਂ ਅੱਜ ਦੀ ਗੱਲ ਕਰਾਂਗੇ, ਅੱਜ ਸਾਡੇ 2 ਕਾਰਨਾਂ ਕਰਕੇ ਐਮਰਜੈਂਸੀ ਲੱਗਦੀ ਹੈ, ਨੈਸ਼ਨਲ ਐਮਰਜੈਂਸੀ। ਪਹਿਲਾ ਕਾਰਨ ਯੁੱਧ ਹੈ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਵਾਰ ਲੱਗਿਆ ਸਾਡਾ ਬਾਹਰਲੇ ਕਿਸੇ ਦੇਸ਼ ਦੇ ਨਾਲ। ਦੂਸਰਾ ਕਾਜ਼ ਕੀ ਹੈ ਜੀ? ਆਰਮਡ ਰੈਬੇਲੀਅਨ ਹੈ। ਇਹ ਯਾਦ ਰੱਖਣਾ ਹੈ। ਹੁਣ ਇੱਥੇ ਇੱਕ ਪੁਆਇੰਟ ਹੋਰ ਇੰਪੋਰਟੈਂਟ ਆ। ਫॉर एग्जांपल ਤੁਹਾਨੂੰ ਪੇਪਰ 'ਚ ਪੁੱਛਿਆ ਜਾਵੇ ਕਿ 1975 ਦੇ ਵਿੱਚ ਜਦੋਂ ਇੰਦਰਾ ਗਾਂਧੀ ਦੀ ਸਰਕਾਰ ਸੀ,
ਉਦੋਂ ਸਾਡੇ ਦੇਸ਼ ਦੇ ਵਿੱਚ ਕਿਹੜੇ ਕਾਜ਼ ਕਰਕੇ ਐਮਰਜੈਂਸੀ ਲੱਗੀ ਸੀ, ਕੀ ਕਾਰਨ ਸੀ? ਤਾਂ ਉਦੋਂ ਆਨਸਰ ਤੁਹਾਡਾ ਇੰਟਰਨਲ ਡਿਸਟਰਬੈਂਸ ਹੀ ਰਹੂਗਾ, ਕਿਉਂਕਿ 1978 ਦੇ ਵਿੱਚ ਜਾ ਕੇ ਬਦਲ ਕੇ ਆਰਮਡ ਰੈਬੇਲੀਅਨ ਹੋਇਆ ਹੈ, ਪਰ 1975 ਦੇ ਵਿੱਚ ਤਾਂ ਇਹ ਸ਼ਬਦ ਕੀ ਸੀਗਾ? ਇੰਟਰਨਲ ਡਿਸਟਰਬੈਂਸ ਹੀ ਸੀਗਾ। ਤਾਂ ਇਹ ਦੋ ਕਾਜ਼ਸ ਨੇ ਜਿਹਦੇ ਕਰਕੇ ਸਾਡੇ ਦੇਸ਼ ਦੇ ਵਿੱਚ ਨੈਸ਼ਨਲ ਐਮਰਜੈਂਸੀ ਲੱਗਦੀ ਹੈ। ਅਗਲਾ ਪੁਆਇੰਟ, ਜਦੋਂ ਵੀ ਸਾਡੇ ਦੇਸ਼ ਦੇ ਵਿੱਚ ਨੈਸ਼ਨਲ ਐਮਰਜੈਂਸੀ ਲੱਗੂਗੀ ਤਾਂ ਸਾਡੇ ਦੇਸ਼ ਦੇ ਰਾਸ਼ਟਰਪਤੀ ਵੱਲੋਂ ਇਸ ਚੀਜ਼ ਦੀ ਘੋਸ਼ਣਾ ਜਾਂ ਡਿਕਲੇਰੇਸ਼ਨ ਕਰੀ ਜਾਊਗੀ। ਤਾਂ ਅਸੀਂ ਇਹ ਪੁਆਇੰਟ ਪ੍ਰੈਜ਼ੀਡੈਂਟ ਦੀਆਂ ਪਾਵਰਸ ਦੇ ਵਿੱਚ ਵੀ ਪੜ੍ਹਦੇ ਹਾਂ ਕਿ ਸਾਡੇ ਦੇਸ਼ ਦੇ ਰਾਸ਼ਟਰਪਤੀ ਦੀ ਇੱਕ ਸਪੈਸ਼ਲ ਪਾਵਰ ਹੈ ਕਿ ਉਹ ਸਾਡੇ ਦੇਸ਼ ਦੇ ਵਿੱਚ ਐਮਰਜੈਂਸੀ ਲਗਾ ਸਕਦਾ ਹੈਗਾ। ਪਰ ਇੱਥੇ ਯਾਦ ਰੱਖਣਾ ਹੈ ਵੀ ਰਾਸ਼ਟਰਪਤੀ ਦੀ ਡਿਕਲੇਰੇਸ਼ਨ ਤੋਂ ਬਾਅਦ ਸਪੈਸਿਫਿਕ ਤੌਰ ਤੇ ਜਿਹੜਾ ਬਿੱਲ ਹੈ ਉਹ ਸੰਸਦ ਦੇ ਵਿੱਚ ਜਾਂਦਾ ਹੈ, ਉੱਥੇ ਇੱਕ ਖਾਸ ਮੈਜੋਰਿਟੀ ਹੁੰਦੀ ਹੈ, ਫਿਰ ਕਿਤੇ ਜਾ ਕੇ ਜਿਹੜਾ ਐਮਰਜੈਂਸੀ ਹੈ ਉਹ ਲਗਾਈ ਜਾਂਦੀ ਹੈ। ਸੋ ਸਭ ਤੋਂ ਪਹਿਲਾ ਸਟੈਪ ਕੀ ਹੈ ਕਿ ਰਾਸ਼ਟਰਪਤੀ ਘੋਸ਼ਣਾ ਕਰੂਗਾ, ਰਾਸ਼ਟਰਪਤੀ ਡਿਕਲੇਅਰ ਕਰੂਗਾ ਕਿ ਸਾਡੇ ਦੇਸ਼ ਦੇ ਵਿੱਚ ਐਮਰਜੈਂਸੀ ਜਿਹੜੀ ਹੈ ਉਹ ਲੱਗਣੀ ਚਾਹੀਦੀ ਹੈ। ਹੁਣ ਇੱਥੇ ਇੱਕ ਪੁਆਇੰਟ ਬਹੁਤ ਇੰਪੋਰਟੈਂਟ ਆ ਕਿ ਪਹਿਲਾਂ ਕੀ ਹੁੰਦਾ ਸੀ, 44ਵੀਂ ਸੋਧ 1978 ਤੋਂ ਪਹਿਲਾਂ ਕੀ ਹੁੰਦਾ ਸੀ ਕਿ ਸਾਡੇ ਦੇਸ਼ ਦੇ ਵਿੱਚ ਜਦੋਂ ਵੀ ਐਮਰਜੈਂਸੀ ਲਗਾਣੀ ਹੁੰਦੀ ਸੀ ਤਾਂ ਐਮਰਜੈਂਸੀ ਸਿਰਫ ਰਾਸ਼ਟਰਪਤੀ ਡਿਕਲੇਅਰ ਕਰਕੇ ਲਗਾ ਦਿੰਦਾ ਸੀ ਔਰ ਉਸ ਤੋਂ ਬਾਅਦ ਬਿੱਲ ਜਿਹੜਾ ਸੀਗਾ ਉਹ ਸੰਸਦ ਵਿੱਚ ਚਲਾ ਜਾਂਦਾ ਸੀ। ਪਰ ਇੱਥੇ ਇੱਕ ਇੰਪੋਰਟੈਂਟ ਅਮੈਂਡਮੈਂਟ ਹੈ ਜਿਹੜਾ ਕਿ ਅਸੀਂ ਕਾਫੀ ਵਾਰੀ ਪੜ੍ਹਿਆ ਹੈ। 44ਵੀਂ ਸੋਧ 1978 ਦੇ ਤਹਿਤ ਇਹ ਜ਼ਰੂਰੀ ਕਰਿਆ ਗਿਆ ਕਿ ਜਦੋਂ ਵੀ ਰਾਸ਼ਟਰਪਤੀ ਐਮਰਜੈਂਸੀ ਦੀ ਘੋਸ਼ਣਾ ਕਰੂਗਾ ਤਾਂ ਉੱਥੇ ਉਹ ਕਿਹਦੀ ਸਲਾਹ ਤੇ ਕਰੂਗਾ? ਕੈਬਨਿਟ ਦੀ ਸਲਾਹ ਤੇ ਕਰੂਗਾ। ਇਹ ਪੁਆਇੰਟ ਯਾਦ ਰੱਖਣਾ ਹੈਗਾ ਕਿ ਜਦੋਂ ਰਾਸ਼ਟਰਪਤੀ ਐਮਰਜੈਂਸੀ ਦੀ ਘੋਸ਼ਣਾ ਕਰੂਗਾ ਤਾਂ ਉਹ ਕਿਹਦੀ ਸਲਾਹ ਤੇ ਕਰੂਗਾ? ਕੈਬਨਿਟ। ਕੈਬਨਿਟ ਦੇ ਰਿਟਨ ਸਿਗਨੇਚਰਸ ਹੋਣੇ ਜ਼ਰੂਰੀ ਨੇ ਜਦੋਂ ਅਸੀਂ ਡਿਕਲੇਰੇਸ਼ਨ ਆਫ ਐਮਰਜੈਂਸੀ ਦੀ ਗੱਲ ਕਰਦੇ ਹਾਂ। ਇਹ ਪੁਆਇੰਟ ਧਿਆਨ 'ਚ ਰੱਖਣਾ ਹੈ। ਹੁਣ ਜਿਵੇਂ ਰਾਸ਼ਟਰਪਤੀ ਨੇ ਡਿਕਲੇਅਰ ਕਰਤਾ ਕਿ ਭਾਈ ਸਾਡੇ ਦੇਸ਼ ਦੇ ਵਿੱਚ ਇਸ ਤਰੀਕੇ ਦੇ ਹਾਲਾਤ ਨੇ, ਐਮਰਜੈਂਸੀ ਲੱਗਣੀ ਚਾਹੀਦੀ ਹੈ, ਤਾਂ ਬੇਸਿਕਲੀ ਬੱਚੋ ਸਾਡੇ ਕੋਲੇ ਇਸ ਤੋਂ ਬਾਅਦ ਜਿਹੜਾ ਬਿੱਲ ਹੈ ਉਹ ਕਿਹਦੇ ਕੋਲੇ ਚਲਾ ਜਾਂਦਾ ਹੈ? ਪਾਰਲੀਮੈਂਟ, ਸੰਸਦ ਕੋਲੇ ਚਲਾ ਜਾਂਦਾ ਹੈ। ਇਹ ਪੁਆਇੰਟ ਤੁਸੀਂ ਯਾਦ ਰੱਖਣਾ ਹੈ। ਹੁਣ ਇੱਕ ਚੀਜ਼ ਇੱਥੇ ਸਾਡੇ ਨਾ ਪੇਪਰ ਦੇ ਵਿੱਚ ਬਹੁਤੇ ਵਾਰੀ ਘੁਮਾ ਕੇ ਕੁਐਸਚਨ ਪੁੱਛਿਆ ਗਿਆ ਹੈ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਕਿ ਕੈਬਨਿਟ ਸ਼ਬਦ ਦੀ ਵਰਤੋਂ ਕਿੱਥੇ ਕਰੀ ਗਈ ਹੈ। ਸਾਡੇ ਬਹੁਤ ਵਾਰੀ ਇਹ ਚੀਜ਼ ਪੁੱਛੀ ਜਾਂਦੀ ਹੈ ਕਿ ਕੈਬਨਿਟ ਸ਼ਬਦ ਦੀ ਵਰਤੋਂ ਕਿੱਥੇ ਕਰੀ ਜਾਂਦੀ ਹੈ। ਆਰਟੀਕਲ 352 ਦੇ ਵਿੱਚ ਕੈਬਨਿਟ ਸ਼ਬਦ ਡਾਇਰੈਕਟਲੀ ਵਰਤਿਆ ਗਿਆ ਸੀ, ਜਿੱਥੇ ਲਿਖਿਆ ਗਿਆ ਸੀ ਕਿ ਰਾਸ਼ਟਰਪਤੀ ਘੋਸ਼ਣਾ ਕਰੂਗਾ ਨੈਸ਼ਨਲ ਐਮਰਜੈਂਸੀ ਦੀ ਕਿਹਦੀ ਸਲਾਹ ਤੇ? ਕੈਬਨਿਟ ਦੀ ਸਲਾਹ ਤੇ। ਇਹ ਵੀ ਪੁਆਇੰਟ ਤੁਸੀਂ ਖਿਆਲ 'ਚ ਰੱਖਣਾ ਹੈਗਾ। ਹੁਣ ਅਸੀਂ ਗੱਲ ਕਰੀ ਕਿ ਬਿੱਲ ਕਿਹਦੇ ਕੋਲੇ ਗਿਆ? ਸੰਸਦ ਕੋਲੇ ਗਿਆ। ਹੁਣ ਸਾਨੂੰ ਪਤਾ ਕਿ ਹਰੇਕ ਬਿੱਲ ਦਾ ਆਪਣਾ ਇੱਕ ਸੁਭਾਅ, ਕਈ ਬਿੱਲ ਪਹਿਲਾਂ ਲੋਕ ਸਭਾ 'ਚ ਰੱਖੇ ਜਾਂਦੇ ਨੇ, ਕਈ ਬਿੱਲ ਪਹਿਲਾਂ ਰਾਜ ਸਭਾ 'ਚ ਰੱਖੇ ਜਾਂਦੇ ਨੇ। ਤਾਂ ਜਦੋਂ ਅਸੀਂ ਐਮਰਜੈਂਸੀ ਨੂੰ ਲੈ ਕੇ ਗੱਲ ਕਰਦੇ ਹਾਂ ਤਾਂ ਬਿੱਲ ਪਹਿਲਾਂ ਲੋਕ ਸਭਾ ਦੇ ਵਿੱਚ ਵੀ ਜਾ ਸਕਦਾ ਹੈ ਔਰ ਬਿੱਲ ਪਹਿਲਾਂ ਰਾਜ ਸਭਾ ਦੇ ਵਿੱਚ ਵੀ ਜਾ ਸਕਦਾ ਹੈ। ਕੋਈ ਕੰਪਲਸ਼ਨ ਨਹੀਂ ਹੈਗੀ ਕਿ ਪਹਿਲਾਂ ਲੋਕ ਸਭਾ 'ਚ ਜਾਊਗਾ ਜਾਂ ਪਹਿਲਾਂ ਰਾਜ ਸਭਾ 'ਚ ਜਾਊਗਾ। ਬਿੱਲ ਪਹਿਲਾਂ ਕਿਸੇ ਵੀ ਸਦਨ 'ਚ ਜਾ ਸਕਦਾ ਹੈ। ਇੱਥੋਂ ਸਾਡਾ ਇੱਕ ਡਾਇਰੈਕਟ ਸਵਾਲ ਬਣਦਾ ਹੈ ਕਿ ਐਮਰਜੈਂਸੀ ਦੇ ਰਿਲੇਟਡ ਜਿਹੜਾ ਬਿੱਲ ਹੈ ਉਹ ਸਦਨ ਦੇ ਪਹਿਲਾਂ ਕਿਹੜੇ ਹਿੱਸੇ ਦੇ ਵਿੱਚ ਜਾਂਦਾ ਹੈ? ਤਾਂ ਸਾਡਾ ਆਨਸਰ ਆਊਗਾ ਕਿਸੇ ਵੀ ਹਿੱਸੇ 'ਚ ਜਾ ਸਕਦਾ ਹੈ। ਅਗਲਾ ਪੁਆਇੰਟ ਕੀ ਹੈ ਕਿ ਉਦਾਹਰਣ ਦੇ ਤੌਰ ਤੇ ਮੰਨ ਲਓ ਕਿ ਬਿੱਲ ਪਹਿਲਾਂ ਲੋਕ ਸਭਾ 'ਚ ਚਲਾ ਜਾਂਦਾ ਹੈ। ਹੁਣ ਬਿੱਲ ਦਾ ਪਾਸ ਹੋਣਾ ਜਾਂ ਨਾ ਹੋਣਾ ਇਹ ਟੋਟਲੀ ਕਾਹਦੇ ਤੇ ਡਿਪੈਂਡ ਕਰਦਾ ਹੈ? ਬਹੁਮਤ ਤੇ ਡਿਪੈਂਡ ਕਰਦਾ ਹੈ। ਜਦੋਂ ਵੀ ਅਸੀਂ ਬਿੱਲਾਂ ਨੂੰ ਪਾਸ ਕਰਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਪਤਾ ਵੀ ਬਿੱਲ ਪਾਸ ਹੋਣ ਵਾਸਤੇ VOTING ਹੋਊਗੀ। VOTING ਵਾਸਤੇ ਆਲਰੇਡੀ ਇੱਕ ਫਿਕਸਡ ਮੈਜੋਰਿਟੀ ਹੋਊਗੀ ਕਿ ਭਾਈ ਬਿੱਲ ਇਸ ਮੈਜੋਰਿਟੀ ਦੇ ਨਾਲ ਪਾਸ ਹੋਣਾ ਜ਼ਰੂਰੀ ਹੈ। ਤਾਂ ਜਦੋਂ ਅਸੀਂ ਸਾਡੇ ਦੇਸ਼ ਦੇ ਵਿੱਚ ਨੈਸ਼ਨਲ ਐਮਰਜੈਂਸੀ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਬਿੱਲ ਹੈ ਉਹ ਕਿਹੜੇ ਬਹੁਮਤ ਦੇ ਨਾਲ ਪਾਸ ਹੋਣਾ ਜ਼ਰੂਰੀ ਹੈ? ਉਹ ਖਾਸ ਬਹੁਮਤ ਦੇ ਨਾਲ ਪਾਸ ਹੋਣਾ ਜ਼ਰੂਰੀ ਹੈ, ਸਪੈਸ਼ਲ ਮੈਜੋਰਿਟੀ ਦੇ ਨਾਲ ਪਾਸ ਹੋਣਾ ਜ਼ਰੂਰੀ ਹੈ, ਜਿਹਨੂੰ ਤੁਸੀਂ 2/3 ਹਿੱਸਾ ਬਹੁਮਤ ਵੀ ਕਹਿੰਦੇ ਹੋ।
ਜਿਹੜਾ ਤੁਹਾਡਾ ਖਾਸ ਬਹੁਮਤ ਲੱਗੂਗਾ ਉਹ ਉਸ ਜਗ੍ਹਾ ਤੇ ਪ੍ਰੈਜ਼ੈਂਟ ਕਿੰਨੇ ਐਮਪੀ ਨੇ ਉਹਨਾਂ ਤੇ ਹੀ ਲੱਗੂਗਾ। ਜਿਵੇਂ ਕਿ ਸਾਨੂੰ ਪਤਾ ਕਿ ਪ੍ਰੈਜ਼ੈਂਟ ਸਾਡੇ ਲੋਕ ਸਭਾ ਚ 543 ਐਮਪੀ ਨੇ, ਰਾਜ ਸਭਾ ਦੇ ਵਿੱਚ 245 ਐਮਪੀ ਨੇ, ਤਾਂ ਜਿਹੜਾ 2/3 ਮੈਜੋਰਿਟੀ ਹੈ ਉਹ 243 543 ਤੇ 245 ਤੇ ਨਹੀਂ ਲੱਗਦਾ। ਈਵਨ ਕਿ ਜਿੰਨੇ ਐਮਪੀ ਉਸ ਪਾਰਟਿਕੂਲਰਲੀ ਦਿਨ ਵਾਲੇ ਜਿੱਤੇ ਐਮਰਜੈਂਸੀ ਲੱਗ ਰਹੀ ਆ ਉਸ ਦਿਨ ਪ੍ਰੈਜ਼ੈਂਟ ਹੋਣਗੇ ਉਹਨਾਂ ਤੇ ਲੱਗੂਗਾ। ਹੁਣ ਅਸੀਂ ਕਹਿ ਰਹੇ ਹਾਂ ਕਿ 543 ਐਮਪੀ ਲੋਕ ਸਭਾ ਦੇ ਵਿੱਚ ਨੇ, ਹੋ ਸਕਦਾ ਜਿਹੜੇ ਦਿਨ ਬਿੱਲ ਰੱਖਿਆ ਗਿਆ ਹੈ ਉਸ ਦਿਨ 500 ਬੰਦੇ ਹੀ ਪ੍ਰੈਜ਼ੈਂਟ ਨੇ, ਤਾਂ ਬੱਚੋ 500 ਦੇ ਉੱਪਰ 2/3 ਹਿੱਸਾ ਬਹੁਮਤ ਲੱਗੂਗਾ। ਇੱਥੇ ਆਪਾਂ ਕਹਿ ਰਹੇ ਹਾਂ 245 ਹੈ, ਹੋ ਸਕਦਾ ਉਸ ਦਿਨ 230 ਬੰਦੇ ਆਏ ਹੋਣ ਰਾਜ ਸਭਾ ਦੇ ਵਿੱਚ, ਕਈ ਕਾਰਨਾਂ ਕਰਕੇ ਐਮਪੀ ਐਬਸੈਂਟ ਵੀ ਰਹਿੰਦੇ ਨੇ, ਸਾਰਾ ਸਦਨ ਬਹੁਤ ਰੇਅਰ ਚਾਂਸਸ ਨੇ ਕਿ ਫਿਲਡ ਹੁੰਦਾ ਹੈਗਾ। 230 ਦੇ ਉੱਪਰ ਫਿਰ ਕਿੰਨਾ ਲੱਗੂਗਾ, 2/3 ਲੱਗੂਗਾ। ਬਹੁਮਤ ਦਾ ਕਨਸੈਪਟ ਅਸੀਂ ਆਲਰੇਡੀ ਸਮਝੇ ਵੀ ਆ ਕਿ ਉਦਾਹਰਨ ਦੇ ਤੌਰ ਤੇ ਲੋਕ ਸਭਾ ਚ ਬਿੱਲ ਗਿਆ, ਲੋਕ ਸਭਾ ਚ 500 ਬੰਦਾ ਆਇਆ, 500 ਦਾ 2/3 ਹਿੱਸਾ ਜਿੰਨੀਆਂ ਵੀ ਵੋਟਾਂ ਬਣਦੀਆਂ, ਜੇ ਉਹ ਵੋਟਾਂ ਮਿਲ ਗਈਆਂ, ਉਨੇ ਐਮਪੀਆਂ ਨੇ ਹਾਂ ਚ ਵੋਟਾਂ ਪਾਤੀਆਂ, ਤਾਂ ਫਿਰ ਬਿੱਲ ਕਿਹਦੇ ਕੋਲੇ ਜਾਊਗਾ, ਰਾਜ ਸਭਾ। ਰਾਜ ਸਭਾ ਦੇ ਵਿੱਚ 230 ਦਾ 2/3 ਹਿੱਸਾ, ਜੇ ਸਾਰੇ ਆਏ ਨੇ ਤਾਂ ਸਾਰਿਆਂ ਦਾ 2/3 ਹਿੱਸਾ, ਜੇ 245 ਪ੍ਰੈਜ਼ੈਂਟ ਨੇ ਤਾਂ 245 ਦਾ 2/3 ਹਿੱਸਾ ਜਿਹੜੀ ਵੋਟਿੰਗ ਹੈ ਉਹ ਸਾਨੂੰ ਮਿਲਣੀ ਚਾਹੀਦੀ ਹੈ। ਉਸ ਤੋਂ ਬਾਅਦ ਫਿਰ ਇਹ ਬਿੱਲ ਹੈ ਜਿਹੜਾ ਉਹ ਪਾਸ ਕੀਤਾ ਜਾਊਗਾ। ਹੁਣ ਤੁਸੀਂ ਇੱਥੇ ਇੱਕ ਚੀਜ਼ ਦਾ ਹੋਰ ਖਿਆਲ ਰੱਖਣਾ, ਜਿਹੜਾ ਬਿੱਲ ਹੈ ਹੁਣ ਇਸ ਤੋਂ ਬਾਅਦ ਜਦੋਂ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਪਾਸ ਹੋ ਗਿਆ, ਇਸ ਤੋਂ ਬਾਅਦ ਬਿੱਲ ਦੁਬਾਰਾ ਰਾਸ਼ਟਰਪਤੀ ਕੋਲੇ ਨਹੀਂ ਜਾਊਗਾ, ਕਿਉਂਕਿ ਆਲਰੇਡੀ ਰਾਸ਼ਟਰਪਤੀ ਦੀ ਘੋਸ਼ਣਾ ਦੇ ਨਾਲ ਹੀ ਜਿਹੜਾ ਬਿੱਲ ਹੈ ਉਹ ਇੰਟਰੋਡਿਊਸ ਕਰਵਾਇਆ ਗਿਆ। ਜਿਵੇਂ ਇਹ ਬਿੱਲ ਦੋਵੇਂ ਸਦਨਾਂ ਦੇ ਵਿੱਚੋਂ 2/3 ਹਿੱਸਾ ਪ੍ਰੈਜ਼ੈਂਟ ਮੈਂਬਰਾਂ ਦੀ ਵੋਟਿੰਗ ਤੇ ਪਾਸ ਹੁੰਦਾ, ਤਿਵੇਂ ਸਾਡੇ ਦੇਸ਼ ਦੇ ਵਿੱਚ ਐਮਰਜੈਂਸੀ ਲਗਾ ਦਿੱਤੀ ਜਾਂਦੀ ਹੈ। ਔਰ ਯਾਦ ਰੱਖਣਾ ਹੈ, ਵੈਰੀ ਇੰਪੋਰਟੈਂਟ ਪੁਆਇੰਟ ਇੱਥੇ, ਕਿ ਜਿਹੜੇ ਇਹ ਸਦਨ ਨੇ ਇਹਨਾਂ ਦੇ ਵਿੱਚ 1 ਮਹੀਨੇ ਦੇ ਅੰਦਰ ਅੰਦਰ ਬਿੱਲ ਦਾ ਪਾਸ ਹੋਣਾ ਜ਼ਰੂਰੀ ਹੈ। 1 ਮਹੀਨੇ ਦੇ ਅੰਦਰ ਅੰਦਰ ਬਿੱਲ ਦਾ ਪਾਸ ਹੋਣਾ ਜ਼ਰੂਰੀ ਆ। ਆਏ ਨਹੀਂ ਵੀ ਸਾਡੇ ਉਧਰੋਂ ਤਾਂ ਸਾਡੇ ਬਾਰਡਰ ਤੇ ਵਾਰ ਲੱਗ ਰਿਹਾ ਤੇ ਉਧਰੋਂ ਅਸੀਂ 6 ਮਹੀਨੇ ਬਿੱਲ ਤੇ ਜ਼ਿਕਰ ਕਰੀ ਜਾਂਦੇ ਆ, ਬਿੱਲ ਤੇ ਬਹੁਮਤ ਕਰੀ ਜਾਂਦੇ ਆ, ਤਾਂ ਮੈਕਸਿਮਮ ਟਾਈਮ ਇਸ ਬਿੱਲ ਨੂੰ ਪਾਸ ਕਰਨ ਵਾਸਤੇ ਕਿੰਨਾ ਹੁੰਦਾ ਹੈ, 1 ਮੰਥ ਦਾ ਹੁੰਦਾ। ਇਹ ਵੀ ਸਾਡੇ ਪੇਪਰ 'ਚ ਡਾਇਰੈਕਟਲੀ ਸਵਾਲ ਪੁੱਛੇ ਜਾਂਦੇ ਨੇ। ਐਮਰਜੈਂਸੀ ਦਾ ਟੌਪਿਕ ਬੜਾ ਹੀ ਫੈਕਚੁਅਲ ਜਿਹਾ ਟੌਪਿਕ ਹੈ, ਜਿਹਦੇ ਰਿਲੇਟਡ ਸਵਾਲ ਸਿੱਧੇ ਤੌਰ ਤੇ ਪੁੱਛੇ ਜਾਂਦੇ ਨੇ ਕਿ ਭਾਈ ਨੈਸ਼ਨਲ ਐਮਰਜੈਂਸੀ ਨਾਲ ਸੰਬੰਧਿਤ ਬਿੱਲ ਸੰਸਦ ਵਿੱਚੋਂ ਕਿੰਨੇ ਮਹੀਨਿਆਂ ਦੇ ਅੰਦਰ ਅੰਦਰ ਪਾਸ ਹੋਣਾ ਜ਼ਰੂਰੀ ਹੈ, ਤਾਂ ਸਾਡਾ ਆਨਸਰ ਆਊਗਾ 1 ਮਹੀਨੇ ਦੇ ਅੰਦਰ ਅੰਦਰ ਪਾਸ ਹੋਣਾ ਜ਼ਰੂਰੀ ਹੈ। ਅਗਲਾ ਪੁਆਇੰਟ ਇੱਥੇ ਕੀ ਇੰਪੋਰਟੈਂਟ ਆ ਕਿ ਜਦੋਂ ਇੱਕ ਵਾਰੀ ਬਿੱਲ ਪਾਸ ਹੋ ਗਿਆ ਤਾਂ ਫਿਰ ਕਿੰਨੇ ਮਹੀਨਿਆਂ ਤੱਕ ਐਮਰਜੈਂਸੀ ਹੈ ਜਿਹੜੀ ਉਹ ਲੱਗ ਸਕਦੀ ਆ, 6 ਮਹੀਨਿਆਂ ਤੱਕ ਐਮਰਜੈਂਸੀ ਲੱਗ ਸਕਦੀ ਹੈ। ਜਾਂ ਇਹਨੂੰ ਨਾਰਮਲ ਸ਼ਬਦਾਂ 'ਚ ਇਹ ਕਹਿ ਲਓ ਵੀ 1 ਮਹੀਨੇ ਦੇ ਜਾਂ ਇੱਕ ਵਾਰੀ ਜਿਹੜਾ ਬਿੱਲ ਹੈ ਜਦੋਂ ਪਾਸ ਹੋ ਜਾਂਦਾ ਹੈ ਤਾਂ ਉਹ ਕਿੰਨੇ ਮਹੀਨਿਆਂ ਦੇ ਲਈ ਵੈਲਿਡ ਰਹਿੰਦਾ ਹੈ, 6 ਮਹੀਨਿਆਂ ਦੇ ਲਈ ਵੈਲਿਡ ਰਹਿੰਦਾ ਹੈਗਾ। ਪਰ ਇੱਥੇ ਇਹ ਵੀ ਯਾਦ ਰੱਖਣਾ ਹੈ ਕਿ ਸਾਡੇ ਦੇਸ਼ ਦੇ ਵਿੱਚ ਐਮਰਜੈਂਸੀ ਲਗਾਉਣ ਵਾਸਤੇ ਕੋਈ ਵੀ ਮੈਕਸਿਮਮ ਟਾਈਮ ਲਿਮਿਟ ਨਹੀਂ ਹੁੰਦੀ। ਇਹ ਯਾਦ ਰੱਖਣਾ ਹੈ ਕਿ ਸਾਡੇ ਦੇਸ਼ ਦੇ ਵਿੱਚ ਕੋਈ ਵੀ ਮੈਕਸਿਮਮ ਲਿਮਿਟ ਨਹੀਂ ਹੈ। ਅਸੀਂ ਜਿੰਨੇ ਵਾਰੀ ਮਰਜ਼ੀ ਜਿਹੜੀ ਐਮਰਜੈਂਸੀ ਹੈ ਉਹ ਲਗਾ ਸਕਦੇ ਹਾਂ। ਇਹ ਵੀ ਪੁਆਇੰਟ ਯਾਦ ਰੱਖਣਾ, ਕੋਈ ਐ ਨਹੀਂ ਵੀ 2 ਵਾਰੀ ਐਮਰਜੈਂਸੀ ਲੱਗੂਗੀ ਜਾਂ 4 ਵਾਰੀ ਲੱਗੂਗੀ, ਅਨਲਿਮਿਟਡ ਟਾਈਮਸ ਲਈ ਲਗਾ ਸਕਦੇ ਹਾਂ। ਕੰਪਲਸ਼ਨ ਕੀ ਹੈ ਕਿ ਵਾਰੀ-ਵਾਰੀ 6-6 ਮਹੀਨਿਆਂ ਦੇ ਬਾਅਦ ਜਿਹੜਾ ਇਹ ਬਿੱਲ ਹੈ ਇਹ ਸਾਨੂੰ ਕਿੱਥੋਂ ਪਾਸ ਕਰਾਉਣਾ ਪਊਗਾ, ਸੰਸਦ ਚੋਂ। ਉਦਾਹਰਨ ਦੇ ਤੌਰ ਤੇ ਅੱਜ ਅਸੀਂ ਬਿੱਲ ਪਾਸ ਕਰਤਾ, ਕਿੰਨੇ ਮਹੀਨਿਆਂ ਤੱਕ ਰਿਹਾ, 6 ਮਹੀਨਿਆਂ ਤੱਕ। ਸਾਨੂੰ ਲੱਗਿਆ ਵੀ ਹਜੇ ਹਾਲਾਤ ਨਹੀਂ ਸੈੱਟ ਹੋ ਰਹੇ ਤਾਂ ਅਸੀਂ ਦੁਬਾਰਾ ਬਿੱਲ ਪਾਸ ਕਰਕੇ ਫਿਰ 6 ਮਹੀਨਿਆਂ ਵਾਸਤੇ ਐਮਰਜੈਂਸੀ, ਦੁਬਾਰਾ ਪਾਸ ਕਰਕੇ ਫਿਰ 6 ਮਹੀਨਿਆਂ ਵਾਸਤੇ ਐਮਰਜੈਂਸੀ। ਤਾਂ ਇੱਕ ਵਾਰੀ ਪਾਸ ਹੋਇਆ ਬਿੱਲ ਕਿੰਨੇ ਸਮੇਂ ਲਈ ਵੈਲਿਡ ਰਹਿੰਦਾ ਹੈ, 6 ਮਹੀਨਿਆਂ ਲਈ ਵੈਲਿਡ ਰਹਿੰਦਾ ਹੈ। ਪਰ ਕਦੇ ਵੀ ਜਿਹੜਾ ਸਾਡਾ ਐਮਰਜੈਂਸੀ ਹੈ ਇਹਦੀ ਕੋਈ ਮੈਕਸਿਮਮ ਡਿਊਰੇਸ਼ਨ ਨਹੀਂ ਹੁੰਦੀ। ਅਸੀਂ ਇਹਨੂੰ ਆਪਣੇ ਦੇਸ਼ ਦੇ ਵਿੱਚ ਅਨਲਿਮਿਟਡ ਟਾਈਮ ਦੇ ਲਈ ਵੀ ਲਗਾ ਸਕਦੇ ਹਾਂ। ਅਗਲਾ ਪੁਆਇੰਟ, ਜਦੋਂ ਵੀ ਸਾਡੇ ਦੇਸ਼ ਦੇ ਵਿੱਚ ਐਮਰਜੈਂਸੀ ਲੱਗੂਗੀ ਤਾਂ ਉਸ ਕੇਸ ਦੇ ਵਿੱਚ
ਜਿਹੜਾ ਸਾਡਾ ਲੋਕ ਸਭਾ ਇਹਦਾ ਕਾਰਜਕਾਲ ਹੈ 1 ਸਾਲ ਤੱਕ ਵਧਾਇਆ ਜਾਂਦਾ ਹੈ। ਇਹ ਪੁਆਇੰਟ ਅਸੀਂ ਪਹਿਲਾਂ ਵੀ ਪੜਿਆ ਹੈਗਾ ਕਿ ਸਾਡੇ ਦੇਸ਼ ਦੇ ਵਿੱਚ ਐਮਰਜੈਂਸੀ ਦੇ ਕੀ ਪ੍ਰਭਾਵ ਪੈਂਦੇ ਨੇ ਜਾਂ ਐਮਰਜੈਂਸੀ ਦੀ ਰਿਐਲਿਟੀ ਫਿਗਰ ਕੀ ਹੈ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਲੋਕ ਸਭਾ ਦਾ ਕਾਰਜਕਾਲ 1 ਸਾਲ ਤੱਕ ਵਧਾ ਸਕਦੇ ਹਾਂ, ਕਿਉਂਕਿ ਉਦੋਂ ਹਾਲਾਤ ਹੀ ਨਹੀਂ ਹੁੰਦੇ ਵੋਟਾਂ ਦੇ। ਦੂਸਰੇ ਪਾਸੇ ਤਾਂ ਸਾਡਾ ਵਾਰ ਲੱਗ ਰਿਹਾ, ਅਸੀਂ ਵੋਟਿੰਗ ਨਹੀਂ ਨਾ ਕਰਾ ਸਕਦੇ, ਜਿਹਦੇ ਕਰਕੇ ਅਸੀਂ ਲੋਕ ਸਭਾ ਦਾ ਕਾਰਜਕਾਲ ਕੀ ਕਰ ਦਿੰਨੇ ਆ, ਐਕਸਟੈਂਡ ਕਰ ਦਿੰਨੇ ਆ, 1 ਸਾਲ ਤੱਕ ਵਧਾ ਦਿੰਨੇ ਆ। ਅਗਲਾ ਪੁਆਇੰਟ ਕੀ ਜ਼ਰੂਰੀ ਹੈ ਕਿ ਅੱਜ ਤੱਕ ਭਾਰਤ ਵਿੱਚ ਕਿੰਨੇ ਵਾਰੀ ਨੈਸ਼ਨਲ ਐਮਰਜੈਂਸੀ ਲੱਗੀ ਹੈ, ਤਾਂ ਸਾਡਾ ਆਨਸਰ ਆਊਗਾ 3 ਵਾਰੀ ਨੈਸ਼ਨਲ ਐਮਰਜੈਂਸੀ ਲੱਗੀ ਹੈ। ਸਭ ਤੋਂ ਪਹਿਲੀ ਵਾਰੀ ਜਿਹੜੀ ਐਮਰਜੈਂਸੀ ਲੱਗੀ ਸੀ 1962 ਦੇ ਵਿੱਚ ਲੱਗੀ ਸੀ, ਜਦੋਂ ਸਾਡੇ ਦੇਸ਼ ਦਾ ਚੀਨ ਦੇ ਨਾਲ ਯੁੱਧ ਹੋਇਆ, ਭਾਰਤ ਤੇ ਚੀਨ ਦੇ ਯੁੱਧ ਦੇ ਸਮੇਂ ਲੱਗੀ ਸੀ। ਦੂਸਰੀ ਐਮਰਜੈਂਸੀ 1971 ਦੇ ਵਿੱਚ ਲੱਗੀ ਸੀ, ਸੈਕਿੰਡ ਟਾਈਮ ਐਮਰਜੈਂਸੀ 71 ਚ ਲੱਗੀ ਹੈ, ਜਦੋਂ ਬੱਚੋ ਸਾਡਾ ਭਾਰਤ ਤੇ ਪਾਕਿਸਤਾਨ ਦਾ ਆਪਸ ਦੇ ਵਿੱਚ ਯੁੱਧ ਹੋਇਆ, 71 ਵੇਲੇ ਦੀ ਲੜਾਈ, ਆਪਾਂ ਅਕਸਰ ਇਹ ਚੀਜ਼ ਸੁਣੀ ਹੈ। ਥਰਡ ਟਾਈਮ ਸਾਡੀ ਐਮਰਜੈਂਸੀ ਜਿਹੜੀ ਹੈ ਉਹ 1975 ਦੇ ਵਿੱਚ ਲੱਗੀ ਸੀ। 1975 ਦੇ ਵਿੱਚ ਐਮਰਜੈਂਸੀ ਜਿਹੜੀ ਲੱਗੀ ਸੀ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟੀ ਹਾਂ ਕਿ ਉਹ ਐਮਰਜੈਂਸੀ ਸਾਡੇ ਦੇਸ਼ ਦੇ ਵਿੱਚ ਅੰਦਰੂਨੀ ਗੜਬੜ ਕਰਕੇ ਲੱਗੀ ਸੀ, ਜਿਹਨੂੰ ਤੁਸੀਂ ਇੰਟਰਨਲ ਡਿਸਟਰਬੈਂਸ ਕਹੋਗੇ। ਪਰ ਅੱਜ ਜੇ ਤੁਸੀਂ ਕਹੋਗੇ ਤਾਂ ਇੰਟਰਨਲ ਡਿਸਟਰਬੈਂਸ ਸ਼ਬਦ ਨੂੰ ਰਿਪਲੇਸ ਕਰ ਦਿੱਤਾ ਗਿਆ। ਔਰ ਇਹ ਵੀ ਯਾਦ ਰੱਖਣਾ ਹੈ ਕਿ ਜਦੋਂ ਸਾਡੇ 1975 ਦੇ ਵਿੱਚ ਐਮਰਜੈਂਸੀ ਲੱਗੀ ਸੀ ਤਾਂ ਇਸ ਸਮੇਂ ਸਾਡੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ। ਇੱਕ ਬਹੁਤ ਵੱਡਾ ਝੋਲ ਸੀ ਅਸਲ ਦੇ ਵਿੱਚ ਐਮਰਜੈਂਸੀ ਲਾਉਣ ਦਾ। ਇੱਥੇ ਬਹੁਤ ਸਾਰੀਆਂ ਪਾਵਰ ਦਾ ਕਹਿ ਲੋ ਕਿ ਪਾਵਰ ਜਾਂ ਬਹੁਤ ਸਾਰਾ ਸੰਵਿਧਾਨ ਜਿਹੜਾ ਹੈ ਉਹਨੂੰ ਗਲਤ ਤਰੀਕੇ ਨਾਲ ਯੂਜ਼ ਕੀਤਾ ਗਿਆ, ਵਾਇਓਲੇਟ ਕੀਤਾ ਗਿਆ ਕਨਸਟੀਟਿਊਸ਼ਨ। ਤਾਂ ਆਪਾਂ ਇਹ ਚੀਜ਼ ਇੰਦਰਾ ਗਾਂਧੀ ਦੀ ਸਰਕਾਰ ਦੇ ਵਿੱਚ ਸਭ ਤੋਂ ਜ਼ਿਆਦਾ ਵਾਇਓਲੇਟ ਹੁੰਦੀ ਦੇਖੀ ਹੈ। 1962 ਦੇ ਵਿੱਚ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਸੀ? ਜਲਦੀ ਜਲਦੀ ਕਮੈਂਟ ਸੈਕਸ਼ਨ 'ਚ ਦੱਸੋ। 1971 ਵੇਲੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਸੀ? ਜਲਦੀ ਜਲਦੀ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ, ਕਿਉਂਕਿ ਅਸੀਂ ਪ੍ਰਾਈਮ ਮਿਨਿਸਟਰਸ ਦੀ ਲਿਸਟ ਜਿਹੜੀ ਹੈ ਉਹ ਆਲਰੇਡੀ ਕਵਰ ਕਰੀ ਹੈ। ਇਹ ਚੀਜ਼ ਤੁਹਾਡੇ ਦਿਮਾਗ, ਤੁਹਾਡੀਆਂ ਉਂਗਲਾਂ, ਤੁਹਾਡੇ ਟਿਪਸ ਤੇ ਪਈ ਹੋਵੇ ਕਿ ਫਲਾਣੇ ਟਾਈਮ ਕੌਣ ਬੰਦਾ ਪ੍ਰੈਜ਼ੀਡੈਂਟ ਸੀ ਤੇ ਕੌਣ ਪ੍ਰਧਾਨ ਮੰਤਰੀ ਸੀ। ਸਾਡੇ ਸਵਾਲ ਨੂੰ ਕਿਸੇ ਵੀ ਤਰੀਕੇ ਨਾਲ ਪੁੱਛਿਆ ਜਾ ਸਕਦਾ ਹੈ ਕਿ ਜਦੋਂ ਸਾਡੇ ਦੇਸ਼ 'ਚ ਇਹ ਹੋ ਰਿਹਾ ਸੀ, who was the prime minister, who was the president, we should remember these points। ਹਾਂਜੀ, anybody कौन सी जी? ਉਹ ਤੇ ਠੀਕ ਹੈ, ਪ੍ਰਧਾਨ ਮੰਤਰੀ ਹਾਂਜੀ 1962 ਜਵਾਹਰਲਾਲ ਨਹਿਰੂ ਸੀਗਾ। 1971 ਠੀਕ ਹੈ, ਰਾਜਿੰਦਰ ਪ੍ਰਸਾਦ ਵਾਸ ਦਾ ਪ੍ਰੈਜ਼ੀਡੈਂਟ ਐਂਡ ਜਵਾਹਰਲਾਲ ਨਹਿਰੂ ਵਾਸ ਦਾ ਪ੍ਰਾਈਮ ਮਿਨਿਸਟਰ ਜਦੋਂ 1962 ਚ ਲੱਗੀ ਹੈ। 1971 ਵੇਲੇ ਭਾਰਤ ਦਾ ਪ੍ਰੈਜ਼ੀਡੈਂਟ ਕੌਣ ਸੀਗਾ ਔਰ 1971 ਵੇਲੇ ਸਰਕਾਰ ਕਿਹਦੀ ਸੀਗੀ? ਹਾਂ 1971 ਵੇਲੇ ਇੰਦਰਾ ਗਾਂਧੀ ਦੀ ਸਰਕਾਰ ਸੀ। ਪ੍ਰੈਜ਼ੀਡੈਂਟ ਕੌਣ ਸੀ? 15 ਲਿਸਟਾਂ ਪਾਈਆਂ ਹੋਈਆਂ ਨੇ ਜੀ, ਤੁਹਾਨੂੰ ਮਿਲੀਆਂ ਕਿਉਂ ਨਹੀਂ ਗਈਆਂ? ਸਿੰਪਲ ਲਿਸਟਾਂ ਸਾਰੀਆਂ ਪਾਈਆਂ ਹੋਈਆਂ ਨੇ, ਚੈੱਕ ਇਟ ਆਊਟ। ਠੀਕ ਹੈ, ਹਾਂਜੀ दोबारा अपडेट कर देंगे, कोई गल नहीं, मैं दोबारा अपडेट कर दूंगी। हाँ हाँ प्रेसिडेंट भी तो दसो कौन सी 71 वेले प्रेसिडेंट? बिल्कुल वीवी गिरी। ठीक है, ये याद रखना है। सो ये साडा नैशनल एमरजेंसी है और सानू एक चीज सारिਆਂ ਨੂੰ पता होनी चाहिए, ये ਅਸੀਂ ਪਹਿਲਾਂ ਵੀ ਕਰਿਆ ਹੋਇਆ, ਦੁਬਾਰਾ ਵੀ ਕਰ ਰਹੇ ਹਾਂ। ਜਦੋਂ ਸਾਡੇ ਦੇਸ਼ ਦੇ ਵਿੱਚ ਐਮਰਜੈਂਸੀ ਲੱਗੀ ਹੈ ਤਾਂ ਜਿਹੜਾ ਸਾਡਾ ਮੌਲਿਕ ਅਧਿਕਾਰ ਹੈ ਉਹ ਕਿਹੜੇ ਨੰਬਰ, ਕਿਹੜਾ ਆਰਟੀਕਲ ਵਾਲਾ ਮੌਲਿਕ ਅਧਿਕਾਰ ਅਫੈਕਟ ਹੁੰਦਾ? 19 ਵਾਲਾ। 19 ਨੰਬਰ ਆਰਟੀਕਲ ਵਾਲਾ ਮੌਲਿਕ ਅਧਿਕਾਰ ਸਸਪੈਂਡ ਕਰ ਦਿੱਤਾ ਜਾਂਦਾ। ਔਰ ਇੱਥੇ ਇਹ ਵੀ ਸਵਾਲ ਆਉਂਦਾ ਹੈ ਕਿ ਕਿਹੜੇ ਆਰਟੀਕਲਸ ਕਦੇ ਇਫੈਕਟ ਨਹੀਂ ਹੁੰਦੇ? 20 ਤੇ 21 ਨੰਬਰ ਆਰਟੀਕਲਸ ਕਦੇ ਨਹੀਂ ਖੋਹੇ ਜਾ ਸਕਦੇ, ਕਿਉਂਕਿ ਸਾਡੀ ਪਰਸਨਲ ਲਿਬਰਟੀ ਦੀ ਗੱਲ ਕਰਦਾ 21 ਨੰਬਰ। ਜੇ ਸਾਡੇ ਦੇਸ਼ 'ਚ ਯੁੱਧ ਲੱਗਿਆ, ਸਾਡੀ ਪਰਸਨਲ ਲਿਬਰਟੀ ਨੂੰ ਕੋਈ ਇਫੈਕਟ ਨਹੀਂ ਕਰ ਸਕਦਾ। ਠੀਕ ਹੈ, ਸੋ ਇਹ ਸਾਡਾ ਨੈਸ਼ਨਲ ਐਮਰਜੈਂਸੀ ਸੀ। ਕੀ ਰਿਪਲਾਈ ਕਰ ਰਹੇ ਹੋ? हाँ 1975 ਚ ਫਖਰੁद्दीन अली अहमद। ठीक है, अगले पॉइंट ਤੇ ਚੱਲਦੇ ਹਾਂ। ਨੈਕਸਟ ਪੁਆਇੰਟ ਤੇ ਚੱਲਦੇ ਹਾਂ। ਸਟੇਟ ਐਮਰਜੈਂਸੀ ਸੰਵਿਧਾਨਕ ਜਾਂ ਰਾਜ ਸੰਕਟ ਕਾਲ। ਸਟੇਟ ਹੋ ਗਿਆ, ਕॉन्स्टिट्यूशनल हो गया,
ਰਾਜ ਜਾਂ ਸੰਵਿਧਾਨਕ ਸੰਕਟ ਕਾਲ ਹੋ ਗਿਆ। ਰਾਜ ਜਾਂ ਸੰਵਿਧਾਨਕ ਸੰਕਟ ਕਾਲ, ਆਰਟੀਕਲ 356 356 ਆਰਟੀਕਲ ਦੇ ਤਹਿਤ ਜਿਹੜੀ ਸਾਡੀ ਸਟੇਟ ਐਮਰਜੈਂਸੀ ਹੈ ਇਹ ਲੱਗਦੀ ਹੈ। ਇਹ ਸਾਨੂੰ ਸਾਰਿਆਂ ਨੂੰ ਪਤਾ ਵੀ ਹੁੰਦਾ ਔਰ ਅਸੀਂ ਪਤਾ ਵੀ ਰੱਖਣਾ ਹੈਗਾ। ਸਟੇਟ ਐਮਰਜੈਂਸੀ ਜਿਹੜੀ ਹੈਗੀ ਹੈ 356, ਇਹਨੂੰ ਅਸੀਂ ਪ੍ਰੈਜ਼ੀਡੈਂਟ ਰੂਲ ਵੀ ਕਹਿ ਦਿੰਦੇ ਆ ਆਮ ਭਾਸ਼ਾ ਦੇ ਵਿੱਚ। ਕੀ ਕਹਿ ਦਿੰਦੇ ਆ? ਪ੍ਰੈਜ਼ੀਡੈਂਟ ਰੂਲ ਕਹਿ ਦਿੰਦੇ ਆ। ਸਭ ਤੋਂ ਪਹਿਲੀ ਗੱਲ ਤਾਂ ਸਟੇਟ ਐਮਰਜੈਂਸੀ ਦੇ ਨਾਮ ਤੋਂ ਪਤਾ ਲੱਗਦਾ ਜਦੋਂ ਕਿਸੇ ਸਟੇਟ ਦਾ, ਇਹ ਹਰ ਇੱਕ ਭਾਰਤ ਦੀ ਸਟੇਟ 'ਚ ਨਹੀਂ ਲੱਗਦਾ, ਸਾਰੇ ਦੇਸ਼ 'ਚ ਨਹੀਂ ਲੱਗਦਾ, ਇਹ ਪਾਰਟਿਕੂਲਰਲੀ ਇੱਕ ਸਟੇਟ 'ਚ ਵੀ ਹੋ ਸਕਦਾ, 2 'ਚ ਵੀ ਹੋ ਸਕਦਾ, 3 'ਚ ਵੀ ਹੋ ਸਕਦਾ। ਇਹ ਟੋਟਲੀ ਡਿਪੈਂਡ ਕਰਦਾ ਕਿ ਜਿੰਨੇ ਵੀ ਸਟੇਟਸ ਦੇ ਹਾਲਾਤ ਜਿਹੜੇ ਹੈ ਉਹ ਖਰਾਬ ਹੁੰਦੇ ਨੇ। ਜਦੋਂ ਅਸੀਂ 356 ਦੀ ਗੱਲ ਕਰਦੇ ਹਾਂ ਤਾਂ ਇਹ ਲੱਗਦਾ ਜੀ ਇਹਦਾ ਜਿਹੜਾ ਮੇਨ ਬੇਸ ਆ ਉਹ ਕੀ ਹੁੰਦਾ ਕਿ ਸਾਡੇ ਜਿਹੜਾ ਸਟੇਟ ਆ ਉਹਦਾ ਸੰਵਿਧਾਨਕ ਢਾਂਚਾ ਫੇਲ ਹੋ ਜਾਂਦਾ ਹੈਗਾ, ਜਾਂ ਅਸੀਂ ਕਹਿ ਦਈਏ ਕਿ ਸਭ ਤੋਂ ਪਹਿਲਾ ਕੌਜ਼ ਹੈ ਲਾਅ ਐਂਡ ਆਰਡਰ ਦਾ ਫੇਲੀਅਰ। ਲਾਅ ਐਂਡ ਆਰਡਰ ਦਾ ਮਤਲਬ ਕੀ ਹੁੰਦਾ ਕਿ ਉੱਥੋਂ ਦੀ ਪੁਲਿਸ ਤੋਂ, ਲਾਅ ਐਂਡ ਆਰਡਰ ਕੀ ਹੈ ਕਿਸੇ ਸਟੇਟ ਦਾ, ਕਿ ਉੱਥੋਂ ਦੀ ਪੁਲਿਸ ਤੋਂ ਪਾਰਟਿਕੂਲਰਲੀ ਸਟੇਟ ਦਾ ਸਿਸਟਮ ਹੈਂਡਲ ਨਹੀਂ ਹੋ ਰਿਹਾ। ਸਟੇਟ ਦੇ ਵਿੱਚ ਕੁਝ ਅਜਿਹੇ ਤਰੀਕੇ ਦੀ ਪ੍ਰੋਬਲਮ ਆ ਗਈ ਕਿਸੇ ਧਾਰਮਿਕ ਮੁੱਦਿਆਂ ਨੂੰ ਲੈ ਕੇ, ਹਨਾ। ਅਸੀਂ ਅਕਸਰ ਦੇਖਦੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਤਾਂ ਬਹੁਤ ਵਾਰੀ ਇਹੋ ਜਿਹੀ ਸਿਚੁਏਸ਼ਨ ਆਈ ਆ ਜਦੋਂ ਕਿ ਕਿਸੇ ਰਿਲੀਜੀਅਸ ਮੁੱਦੇ ਨੂੰ ਲੈ ਕੇ, ਧਾਰਮਿਕ ਮੁੱਦੇ ਨੂੰ ਲੈ ਕੇ ਲੋਕ ਹਿੰਸਾ ਭੜਕ ਜਾਂਦੀ ਆ ਤੇ ਉਹ ਸਟੇਟ ਤੋਂ ਕੰਟਰੋਲ 'ਚ ਨਹੀਂ ਹੁੰਦੀ। ਉਹਨੂੰ ਕਹਿੰਦੇ ਨੇ ਲਾਅ ਐਂਡ ਆਰਡਰ ਦਾ ਫੇਲੀਅਰ ਹੋਣਾ। ਦੂਸਰਾ ਪੁਆਇੰਟ ਇੱਥੇ ਕੀ ਇੰਪੋਰਟੈਂਟ ਆ ਕਿ ਜਦੋਂ ਸਾਡੇ ਸਟੇਟ ਦਾ ਕਨਸਟੀਟਿਊਸ਼ਨਲ ਸਿਸਟਮ ਜਿਹੜਾ ਹੈ ਉਹ ਫੇਲ ਹੋ ਜੇ। ਸਟੇਟ ਦੇ ਕਨਸਟੀਟਿਊਸ਼ਨਲ ਸਿਸਟਮ ਦਾ ਕੀ ਮਤਲਬ ਹੈ ਕਿ ਸਰਕਾਰ ਤੋਂ ਹੈਂਡਲ ਹੀ ਨਾ ਹੋਵੇ ਜਿਹੜੀ ਸਟੇਟ ਆ, ਹਨਾ। ਸਰਕਾਰ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਆਪਣਾ ਪਾਰਟਿਕੂਲਰ ਸਟਰਕਚਰ ਹੈ ਉਹ ਹੈਂਡਲ ਨਾ ਕਰ ਪਾਵੇ ਤਾਂ ਇਹਨੂੰ ਬੋਲਦੇ ਆ ਜੀ ਸਟੇਟ ਐਮਰਜੈਂਸੀ। ਲਾਅ ਐਂਡ ਆਰਡਰ ਫੇਲੀਅਰ ਔਰ ਕਨਸਟੀਟਿਊਸ਼ਨਲ ਸਿਸਟਮ ਦਾ ਫੇਲੀਅਰ। ਤਾਂ ਹੁਣ ਕੀ ਹੁੰਦਾ ਜਦੋਂ ਸਾਡੇ ਦੇਸ਼ ਦੇ ਵਿੱਚ ਸਟੇਟ ਐਮਰਜੈਂਸੀ ਲੱਗਦੀ ਆ ਤਾਂ ਇਹਦੀ ਇਨਫੋਰਮੇਸ਼ਨ ਸਾਡੀ ਸਟੇਟ ਦਾ ਰਾਜਪਾਲ ਭੇਜਦਾ। ਕਿਹਨੂੰ ਭੇਜਦਾ? ਸਾਡੇ ਭਾਰਤ ਦੇ ਰਾਸ਼ਟਰਪਤੀ ਨੂੰ। ਦੇਖੋ ਐਮਰਜੈਂਸੀ ਤਾਂ ਰਾਸ਼ਟਰਪਤੀ ਨਹੀਂ ਲਾਉਣੀ ਆ, ਆ ਨਾ ਕਹਿ ਦੋ ਵੀ ਸਟੇਟ ਐਮਰਜੈਂਸੀ ਗਵਰਨਰ ਲਾਉਂਦਾ, ਇਹ ਕੋਈ ਤੁੱਕ ਨਹੀਂ ਬਣਦੀ। ਸਟੇਟ ਐਮਰਜੈਂਸੀ ਗਵਰਨਰ ਨਹੀਂ ਲਾ ਸਕਦਾ। ਹਾਂ, ਸਟੇਟ ਐਮਰਜੈਂਸੀ ਲੱਗਣੀ ਚਾਹੀਦੀ ਹੈ, ਇਹਦੇ ਵਾਸਤੇ ਰਾਸ਼ਟਰਪਤੀ ਨੂੰ ਇਨਫੋਰਮ ਕੌਣ ਕਰਦਾ? ਗਵਰਨਰ, ਕਿਉਂਕਿ ਗਵਰਨਰ ਹੀ ਦੇਖ ਰਿਹਾ ਨਾ ਕਿ ਸਟੇਟ ਦੇ ਵਿੱਚ ਸਾਰਾ ਸਿਸਟਮ ਬੈਲੈਂਸ ਹੈ ਕਿ ਨਹੀਂ ਬੈਲੈਂਸ। ਰਾਸ਼ਟਰਪਤੀ ਸੈਂਟਰ ਵੱਲੋਂ ਇੱਕ ਨੁਮਾਇੰਦਾ ਨਿਯੁਕਤ ਕਰਕੇ ਭੇਜਦਾ ਕਿ ਸਟੇਟ ਦੀ ਹਰ ਇੱਕ ਮੂਵਮੈਂਟ ਤੇ ਧਿਆਨ ਚ ਰੱਖਣਾ ਹੈ, ਜੇ ਕਿਤੇ ਕੋਈ ਗੜਬੜ ਹੁੰਦੀ ਹੈ ਤਾਂ ਫਿਰ ਸਾਨੂੰ ਦੱਸਣਾਗਾ, ਹਨਾ, ਕਿਉਂਕਿ ਕੇਂਦਰ ਕੰਟਰੋਲ ਕਰ ਰਿਹਾ ਸਾਡੇ ਦੇਸ਼ ਨੂੰ। ਤਾਂ ਇੱਥੇ ਬੇਸਿਕਲੀ ਰਾਜਪਾਲ ਰਾਸ਼ਟਰਪਤੀ ਨੂੰ ਇਨਫੋਰਮ ਕਰ ਦਿੰਦਾ ਹੈ, ਰਾਸ਼ਟਰਪਤੀ ਡਿਕਲੇਅਰ ਕਰ ਦਿੰਦਾ ਹੈ। ਡਿਕਲੇਰੇਸ਼ਨ ਤੋਂ ਬਾਅਦ ਇਹਦੇ ਰਿਲੇਟਡ ਜਿਹੜਾ ਬਿੱਲ ਹੈ ਉਹ ਡੈਫੀਨਿਟਲੀ ਕਿੱਥੇ ਪਾਸ ਕੀਤਾ ਜਾਂਦਾ ਹੈ? ਸੰਸਦ। ਇੱਕ ਗੱਲ ਹੋਰ ਧਿਆਨ ਚ ਰੱਖਣੀ ਹੈ, ਸਿਰਫ ਰਾਸ਼ਟਰਪਤੀ ਦੇ ਕਹਿਣ ਤੇ ਐਮਰਜੈਂਸੀ ਨਹੀਂ ਲੱਗਦੀ, ਇਹਦੇ ਰਿਲੇਟਡ ਜਿਹੜਾ ਪਾਰਟਿਕੂਲਰਲੀ ਬਿੱਲ ਹੈ ਉਹ ਸਾਨੂੰ ਸੰਸਦ ਵਿੱਚ ਪਾਸ ਕਰਨਾ ਪੈਂਦਾ, ਬਟ ਰਾਸ਼ਟਰਪਤੀ ਦੀ ਪ੍ਰਿਓਰ ਡਿਕਲੇਰੇਸ਼ਨ ਹੁੰਦੀ ਹੈ। ਪਹਿਲਾਂ ਤੋਂ ਡਿਕਲੇਰੇਸ਼ਨ ਕਰਕੇ ਰਾਸ਼ਟਰਪਤੀ ਸਾਡੇ ਦੇਸ਼ ਦੇ ਵਿੱਚ ਐਮਰਜੈਂਸੀ ਹੈ ਜਿਹੜੀ ਉਹਨੂੰ ਲਗਾਉਂਦਾ ਹੈਗਾ। ਜਦੋਂ ਇਹ ਰਾਸ਼ਟਰਪਤੀ ਨੇ ਐਮਰਜੈਂਸੀ ਡਿਕਲੇਅਰ ਕਰਤੀ, ਉਸ ਤੋਂ ਬਾਅਦ ਬਿੱਲ ਕਿਹਦੇ ਕੋਲੇ ਗਿਆ? ਪਾਰਲੀਮੈਂਟ ਕੋਲੇ ਗਿਆ। ਹੁਣ ਬਿੱਲ ਪਾਰਲੀਮੈਂਟ ਦੇ ਪਹਿਲਾਂ ਕਿਸੇ ਵੀ ਸਦਨ 'ਚ ਰੱਖਿਆ ਜਾ ਸਕਦਾ ਹੈ, ਲੋਕ ਸਭਾ ਜਾਂ ਰਾਜ ਸਭਾ। ਇਹਨੂੰ ਤੁਸੀਂ ਮੋਟੇ ਤੌਰ ਤੇ ਯਾਦ ਕਰ ਲਓ ਕਿ ਐਮਰਜੈਂਸੀ ਦੇ ਨਾਲ ਸੰਬੰਧਿਤ ਬਿੱਲ ਪਹਿਲਾਂ ਕਿਹੜੇ ਸਦਨ ਦੇ ਵਿੱਚ ਜਾਊਗਾ, ਇਹਦੀ ਕੋਈ ਕੰਪਲਸ਼ਨ ਨਹੀਂ ਹੈਗੀ, ਕਿਸੇ ਵੀ ਸਦਨ 'ਚ ਜਾ ਸਕਦਾ ਹੈਗਾ, ਲੋਕ ਸਭਾ ਵੀ ਤੇ ਰਾਜ ਸਭਾ ਵੀ। ਹੁਣ ਆਪਾਂ ਜੇ ਇੱਥੇ ਬਹੁਮਤ ਦੀ ਗੱਲ ਕਰੀਏ ਤਾਂ ਇੱਥੇ ਯਾਦ ਰੱਖਣਾ ਸਾਡੇ ਦੇਸ਼ ਦੇ ਵਿੱਚ ਜਿਹੜੀ ਐਮਰਜੈਂਸੀ ਸਟੇਟ ਐਮਰਜੈਂਸੀ ਹੈ ਉਹਦੇ ਵਾਸਤੇ ਸਿੰਪਲ ਮੈਜੋਰਿਟੀ ਚਾਹੀਦੀ ਹੈ, ਸਧਾਰਨ ਬਹੁਮਤ ਚਾਹੀਦਾ। ਇਹ ਕਾਫੀ ਇੰਪੋਰਟੈਂਟ ਆ। ਜਿਹੜੀ ਤਾਂ ਨੈਸ਼ਨਲ ਐਮਰਜੈਂਸੀ ਹੈ ਉੱਥੇ ਚਾਹੀਦਾ ਸਪੈਸ਼ਲ, ਜਿਹੜੀ ਸਾਡੀ ਸਟੇਟ ਐਮਰਜੈਂਸੀ ਹੈ ਇੱਥੇ ਚਾਹੀਦਾ ਸਧਾਰਨ ਬਹੁਮਤ। ਸਧਾਰਨ ਬਹੁਮਤ ਕਿੰਨਾ ਹੁੰਦਾ? 1/2 + 1, ਜਿਹਨੂੰ ਤੁਸੀਂ ਹਾਫ + 1 ਵਾਲਾ ਬਹੁਮਤ ਕਹਿ ਦਿੰਦੇ ਹੋ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਇਹ ਆ ਵੀ ਫੋਰ ਐਗਜ਼ਾਮਪਲ ਸਾਡੇ 500 ਬੰਦੇ ਨੇ, 500 ਦਾ ਅੱਧ ਕਿੰਨਾ ਹੋ ਗਿਆ? 250। 250 ਦੇ ਵਿੱਚ 1 ਜੋੜ ਕੇ 251। ਜੇ 251 ਬੰਦੇ ਬਿੱਲ ਦੇ ਹਾਂ ਦੇ ਵਿੱਚ ਵੋਟ ਪਾਉਂਦੇ ਨੇ ਤਾਂ ਬਿੱਲ ਕੀ ਮੰਨਿਆ ਜਾਂਦਾ ਹੈ? ਪਾਸ ਮੰਨਿਆ ਜਾਂਦਾ ਹੈਗਾ। ਹੁਣ ਅੱਗੇ ਸੇਮ ਐਜ਼ ਉਦਾਹਰਨ ਦੇ ਤੌਰ ਤੇ ਬਿੱਲ ਪਹਿਲਾਂ ਲੋਕ ਸਭਾ 'ਚ ਗਿਆ,
ਲੋਕ ਸਭਾ ਦੇ ਵਿੱਚ ਬਿੱਲ ਨੂੰ ਸਿੰਪਲ ਮੈਜੋਰਿਟੀ ਮਿਲ ਗਈ, ਅਕਸਰ ਮਿਲ ਜਾਂਦੀ ਹੈ। ਐਮਰਜੈਂਸੀ ਵਾਲੇ ਬਿੱਲ ਕਦੇ ਨਹੀਂ ਰੁਕਦੇ ਹੁੰਦੇ, ਕਿਉਂਕਿ ਐਮਰਜੈਂਸੀ ਹੈ, ਜੋ ਉੱਥੇ ਡਿਸਕਸ਼ਨਸ ਹੋਣਗੀਆਂ ਤਾਂ ਫਿਰ ਰੌਲਾ ਪੈਣਾ। ਦੂਸਰਾ ਰਾਜ ਸਭਾ ਦੇ ਵਿੱਚ ਵੀ ਕਿੰਨੀ ਮੈਜੋਰਿਟੀ ਚਾਹੀਦੀ ਹੈ? ਸਧਾਰਨ ਬਹੁਮਤ। ਜੇ ਦੋਵੇਂ ਸਦਨਾਂ ਚੋਂ ਸਧਾਰਨ ਬਹੁਮਤ ਮਿਲ ਜੇ, ਰਾਸ਼ਟਰਪਤੀ ਆਲਰੇਡੀ ਡਿਕਲੇਅਰ ਕਰੀ ਬੈਠਾ ਹੈ, ਤਾਂ ਫਿਰ ਉਸ ਪਾਰਟਿਕੂਲਰ ਸਟੇਟ ਜਾਂ ਉਸ ਪਾਰਟਿਕੂਲਰ ਸਟੇਟਸ ਦੇ ਵਿੱਚ ਜਿਹੜੀ ਐਮਰਜੈਂਸੀ ਹੈ ਉਹ ਲੱਗ ਜਾਂਦੀ ਹੈ। ਅਗਲਾ ਪੁਆਇੰਟ ਇੱਥੇ ਬਹੁਤ ਜ਼ਰੂਰੀ ਹੈ ਕਿ ਰਾਜ ਸੰਕਟ ਕਾਲ ਦੇ ਨਾਲ ਸੰਬੰਧਿਤ ਬਿੱਲ ਜਿਹੜਾ ਹੈ ਉਹ ਕਿੰਨੇ ਮਹੀਨਿਆਂ ਦੇ ਵਿੱਚ ਪਾਸ ਹੋਣਾ ਜ਼ਰੂਰੀ ਹੈ? 2 ਮਹੀਨਿਆਂ ਦੇ ਵਿੱਚ ਪਾਸ ਹੋਣਾ ਜ਼ਰੂਰੀ ਹੈ। ਜਿਹੜਾ ਸਾਡਾ ਨੈਸ਼ਨਲ ਐਮਰਜੈਂਸੀ ਵਾਲਾ ਸੀ ਉਹ 1 ਮਹੀਨੇ ਦੇ ਅੰਦਰ ਅੰਦਰ ਪਾਸ ਹੋਣਾ ਜ਼ਰੂਰੀ ਸੀ, ਪਰ ਜਿਹੜਾ ਸਾਡਾ ਸਟੇਟ ਵਾਲਾ ਹੈਗਾ ਇਹ 2 ਮਹੀਨਿਆਂ ਦੇ ਅੰਦਰ ਅੰਦਰ ਪਾਸ ਹੋਣਾ ਜ਼ਰੂਰੀ ਹੋਵੇਗਾ। ਔਰ ਇਹੀ ਪ੍ਰੋਸੈਸ ਦੇ ਹੇਠ ਸਾਡੇ ਦੇਸ਼ ਦੇ ਵਿੱਚ ਸਟੇਟਸ ਦੇ ਵਿੱਚ ਐਮਰਜੈਂਸੀਜ਼ ਲੱਗਦੀਆਂ ਨੇ। ਅਗਲਾ ਪੁਆਇੰਟ ਜਿਹੜਾ ਇੱਥੇ ਇੰਪੋਰਟੈਂਟ ਹੈਗਾ ਕਿ ਜਦੋਂ ਇੱਕ ਵਾਰੀ ਬਿੱਲ ਪਾਸ ਹੋ ਜੇ, ਜਿਹੜਾ ਇੱਕ ਵਾਰੀ ਬਿੱਲ ਪਾਸ ਹੋ ਜਾਂਦਾ ਹੈ ਉਹ ਕਿੰਨੇ ਮਹੀਨੇ ਤੱਕ ਵੈਲਿਡ ਰਹਿੰਦਾ ਹੈ? 6 ਮਹੀਨੇ ਤੱਕ ਵੈਲਿਡ ਰਹਿੰਦਾ ਹੈ। ਇੱਕ ਵਾਰੀ ਬਿੱਲ ਪਾਸ ਕਰਕੇ ਅਸੀਂ ਇਹਨੂੰ ਕਦੋਂ ਤੱਕ ਲਗਾ ਸਕਦੇ ਹਾਂ? 6 ਮਹੀਨਿਆਂ ਤੱਕ ਲਗਾ ਸਕਦੇ ਹਾਂ। ਪਰ ਇੱਥੇ ਇੱਕ ਹੋਰ ਪੁਆਇੰਟ ਧਿਆਨ ਚ ਰੱਖਣਾ ਹੈ, ਅਸੀਂ ਨੈਸ਼ਨਲ ਐਮਰਜੈਂਸੀ ਦੇ ਵਿੱਚ ਕੀ ਗੱਲ ਕਰੀ ਸੀ ਕਿ ਜਿਹੜੀ ਸਾਡੀ ਨੈਸ਼ਨਲ ਐਮਰਜੈਂਸੀ ਹੈ ਉਹਦੀ ਕੋਈ ਲਿਮਿਟ ਨਹੀਂ ਹੈਗੀ, ਉਹ ਜਿੰਨਾ ਚਿਰ ਮਰਜ਼ੀ ਲੱਗ ਸਕਦੀ ਹੈ, ਲਗਾਤਾਰ 20 ਸਾਲ ਵੀ ਲੱਗ ਸਕਦੀ ਹੈ। ਪਰ ਇਨ ਕੇਸ ਆਫ ਸਟੇਟ ਐਮਰਜੈਂਸੀ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਸਾਲ ਲਿਮਿਟ ਹੁੰਦੀ ਆ? 3 ਸਾਲ ਲਿਮਿਟ ਹੁੰਦੀ ਆ। ਹੁਣ ਉਹੀ ਸਿਨਾਰੀਓ ਆ ਵੀ ਇੱਕ ਵਾਰੀ ਬਿੱਲ ਪਾਸ ਹੋ ਗਿਆ, ਕਿੰਨੇ ਮਹੀਨੇ? 6 ਮਹੀਨੇ। ਜੇ ਅਗਲੇ 6 ਮਹੀਨੇ ਲਾਉਣੀ ਹੈ ਦੂਜੀ ਵਾਰੀ ਕਰ ਲਓ, ਉਸ ਤੋਂ ਅਗਲੇ 6 ਮਹੀਨੇ ਲਾਉਣੀ ਹੈ ਤੀਜੀ ਵਾਰੀ ਕਰ ਲਓ, ਪਰ 3 ਸਾਲ ਤੋਂ ਜ਼ਿਆਦਾ ਕੀ ਨਹੀਂ ਹੋਣੀ ਚਾਹੀਦੀ? ਵਧਣੀ ਨਹੀਂ ਚਾਹੀਦੀ, ਇਹ ਯਾਦ ਰੱਖਣਾ। ਪਰ ਇੱਕ ਵਾਰੀ ਇਸ ਐਕਸੈਪਸ਼ਨ ਨੂੰ ਬ੍ਰੇਕ ਕੀਤਾ ਗਿਆ, ਇਸ ਧਾਰਨਾ ਨੂੰ ਤੋੜਿਆ ਗਿਆ ਜਦੋਂ ਕਿ ਸਾਡੇ ਪੰਜਾਬ ਦੇ ਵਿੱਚ ਐਮਰਜੈਂਸੀ ਲੱਗੀ ਸੀ 1987 ਤੋਂ ਲੈ ਕੇ 1992। ਇੱਕੋ ਵਾਰੀ ਅਜਿਹਾ ਹੋਇਆ ਕਿ ਜਦੋਂ ਸਟੇਟ ਐਮਰਜੈਂਸੀ ਲਗਾਤਾਰ 5 ਸਾਲ ਲੱਗੀ ਹੋਵੇ, ਜਿਹਨੇ ਕਿ 3 ਸਾਲ ਵਾਲੀ ਧਾਰਨਾ ਨੂੰ ਬ੍ਰੇਕ ਕੀਤਾ ਹੈ, ਉਹ ਹੈ ਜੀ 1987 ਤੋਂ 1992, ਜਿਹੜੀ ਕਿ ਸਾਡੇ ਪੰਜਾਬ ਦੇ ਵਿੱਚ ਲੱਗੀ ਸੀ ਲਗਾਤਾਰ 5 ਸਾਲ। ਇਹਦੀ ਇੱਕ ਐਕਸੈਪਸ਼ਨ ਹੈ। ਉਸ ਤੋਂ ਬਾਅਦ ਇੱਥੇ ਇੱਕ ਹੋਰ ਪੁਆਇੰਟ ਜ਼ਰੂਰੀ ਆ ਜਿਹੜੇ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਆ, ਜਿਹੜੀ ਸਾਡੀ ਸਟੇਟ ਐਮਰਜੈਂਸੀ ਆ, ਜਿਹੜੀ ਸਾਡੀ ਸਟੇਟ ਐਮਰਜੈਂਸੀ ਹੈ, ਇਹਨੂੰ ਅਸੀਂ ਭਾਰਤ ਵਿੱਚ ਕੋਰਟ 'ਚ ਜਾ ਕੇ ਚੈਲੰਜ ਕਰ ਸਕਦੇ ਆ। ਇਹ ਬਹੁਤ ਇੰਪੋਰਟੈਂਟ ਹੈ। ਕੋਰਟ ਦੇ ਵਿੱਚ ਜਾ ਕੇ ਇਹਨੂੰ ਕੀ ਕਰਿਆ ਜਾ ਸਕਦਾ ਹੈ? ਚੈਲੰਜ ਕਰਿਆ ਜਾ ਸਕਦਾ ਹੈ। ਕੋਰਟ ਦੇ ਵਿੱਚ ਚੈਲੰਜ ਕਰਨ ਦਾ ਕੀ ਮਤਲਬ ਹੈ? ਪਹਿਲੀ ਗੱਲ ਤਾਂ ਨੈਸ਼ਨਲ ਐਮਰਜੈਂਸੀ ਕਿਸੇ ਕੋਰਟ 'ਚ ਚੈਲੰਜ ਨਹੀਂ ਹੋ ਸਕਦੀ, ਲੱਗੂਗੀ ਤਾਂ ਮਤਲਬ ਲੱਗੂਗੀ। ਦੂਸਰਾ ਪੁਆਇੰਟ, ਸਟੇਟ ਐਮਰਜੈਂਸੀ ਨੂੰ ਕਿਸੇ ਕੋਰਟ 'ਚ ਚੈਲੰਜ ਕਰਨ ਦਾ ਕੀ ਮਤਲਬ ਹੈ? ਹੋ ਸਕਦਾ ਕਈ ਵਾਰੀ, ਜਿਵੇਂ ਉਦਾਹਰਣ ਦੇ ਤੌਰ ਤੇ ਪ੍ਰੈਜ਼ੈਂਟ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਔਰ ਜਿਹੜਾ ਰਾਜਪਾਲ ਹੈ ਉਹ ਬਸ ਪੱਕਾ ਹੀ ਰੱਟੂ ਤੋਤਾ ਹੁੰਦਾ ਸੈਂਟਰ ਦਾ। ਇਹ ਮੰਨ ਲਓ ਰਾਜਪਾਲ ਨੇ ਉਹ ਕਹਿਣਾ ਜੋ ਸੈਂਟਰ ਕਹਿ ਰਿਹਾ, ਕਿਉਂਕਿ ਸੈਂਟਰ ਦੇ ਵਿੱਚ ਸਾਰਾ ਝੋਲ ਮੋੜ ਇਹ ਪੋਲੀਟੀਕਲ ਐਸਪੈਕਟ ਆ, ਉਹਨਾਂ ਦੇ ਰਾਜਪਾਲ ਬੈਠਾ ਹੈਗਾ। ਤੁਸੀਂ ਦੇਖਿਆ ਹੋਣਾ ਵੀ ਰਾਜਪਾਲ ਕਈ ਵਾਰੀ ਕਾਫੀ ਸਰਕਾਰ ਵਿਰੋਧੀ ਬਿਆਨ ਜਿਹੜਾ ਦਿੰਦਾ ਨਜ਼ਰ ਆਉਂਦਾ ਹੈ ਜਦੋਂ ਸਟੇਟ ਤੇ ਸੈਂਟਰ ਦੇ ਵਿੱਚ ਐਂਟੀ ਪਾਰਟੀਆਂ ਹੁੰਦੀਆਂ ਨੇਗੀਆਂ। ਤਾਂ ਕਈ ਵਾਰੀ ਰਾਜਪਾਲ ਵੈਸੇ ਇਸ ਵਿਰੋਧਤਾ ਜਾਂ ਕੋਈ ਸਟੇਟ ਦੇ ਵਿੱਚ ਕੋਈ ਇੰਨਾ ਐਂਟੀ ਸਿਸਟਮ ਕ੍ਰੀਏਟ ਹੋ ਜਾਂਦਾ ਹੈਗਾ, ਤਾਂ ਉਸ ਕੇਸ ਦੇ ਵਿੱਚ ਸਟੇਟ ਇਸ ਐਮਰਜੈਂਸੀ ਨੂੰ ਕੋਰਟ 'ਚ ਜਾ ਕੇ ਚੈਲੰਜ ਕਰ ਸਕਦਾ ਵੀ ਭਾਈ ਇਹ ਸਾਨੂੰ ਬਿਨਾਂ ਮਤਲਬ ਤੋਂ ਕਹੀ ਜਾਂਦੇ ਨੇ, ਸਾਡਾ ਸਟੇਟ ਵਧੀਆ ਚੱਲੀ ਜਾਂਦਾ। ਤਾਂ ਇਹ ਚੀਜ਼ ਯਾਦ ਰੱਖਣੀ ਹੈ, ਸਟੇਟ ਐਮਰਜੈਂਸੀ ਨੂੰ ਕੋਰਟ ਦੇ ਵਿੱਚ ਜਾ ਕੇ ਚੈਲੰਜ ਕਰਿਆ ਜਾ ਸਕਦਾ ਹੈਗਾ, ਬਿਲਕੁਲ ਕਰਿਆ ਜਾ ਸਕਦਾ ਹੈ। ਇਹ ਪੁਆਇੰਟ ਯਾਦ 'ਚ ਰੱਖੋਗੇ। ਅਗਲਾ ਪੁਆਇੰਟ ਕੀ ਇੰਪੋਰਟੈਂਟ ਹੈ ਕਿ ਸਭ ਤੋਂ ਪਹਿਲੀ ਵਾਰੀ ਜਿਹੜੀ ਸਟੇਟ ਐਮਰਜੈਂਸੀ ਹੈ, ਜਿਹੜਾ ਰਾਜ ਸੰਕਟ ਕਾਲ ਹੈ, ਇਹ ਕਿੱਥੇ ਲੱਗਿਆ ਸੀ? 1951 ਦੇ ਵਿੱਚ ਲੱਗਿਆ ਸੀ, ਪੈਪਸੂ। ਦੇਖੋ ਜੀ ਕਈ ਵਾਰੀ ਪੇਪਰ ਦੇ ਵਿੱਚ ਪੈਪਸੂ ਆਪਸ਼ਨ ਆਉਂਦਾ ਤਾਂ ਬਹੁਤ ਹੀ ਗੁੱਡ ਆ, ਕਿਉਂਕਿ 1951 ਚ ਪੈਪਸੂ ਸੈਪਰੇਟ ਸੀ, ਪੰਜਾਬ ਸੈਪਰੇਟ ਸੀ। ਅੱਗੇ ਜਾ ਕੇ ਪੈਪਸੂ ਤੇ ਪੰਜਾਬ ਆਪਸ ਦੇ ਵਿੱਚ 1956 ਚ ਜਾ ਕੇ ਮਰਜ ਹੁੰਦੇ ਨੇ। ਤਾਂ ਕਈ ਵਾਰੀ ਕਿਤਾਬਾਂ 'ਚ ਲਿਖਿਆ ਜਾਂਦਾ 1951 ਚ ਪਹਿਲੀ ਵਾਰੀ ਐਮਰਜੈਂਸੀ ਪੰਜਾਬ 'ਚ ਲੱਗੀ ਸੀ। ਹੁਣ ਇਹ ਤੁਹਾਡੀ ਆਪਸ਼ਨ ਤੇ ਡਿਪੈਂਡ ਕਰਦਾ, ਜੇ ਤਾਂ ਤੁਹਾਨੂੰ ਪੈਪਸੂ ਆਪਸ਼ਨ 'ਚ ਹੈ ਹੀ ਨਹੀਂ, ਫਿਰ ਤਾਂ ਤੁਹਾਡਾ ਆਨਸਰ ਕੀ ਆਊਗਾ? ਪੰਜਾਬ, ਕਿਉਂਕਿ ਪ੍ਰੈਜ਼ੈਂਟ ਪੈਪਸੂ ਕਿਹਦਾ ਹਿੱਸਾ ਬਣ ਚੁੱਕਿਆ? ਪੰਜਾਬ ਦਾ। ਜੇ ਤੁਹਾਨੂੰ ਪੰਜਾਬ ਛੱਡ ਕੇ
ਪੰਜਾਬ ਆਪਸ਼ਨ ਚ ਨਹੀਂ ਤਾਂ ਬੱਚਾ ਫਿਰ ਘਬਰਾ ਜਾਂਦਾ ਵੀ ਹੁਣ ਪੰਜਾਬ ਨਹੀਂ ਹੈਗਾ, ਤਾਂ ਤੁਹਾਨੂੰ ਡੈਫੀਨੇਟਲੀ ਪੈਪਸੂ ਆਪਸ਼ਨ ਦੇ ਵਿੱਚ ਹੋਊਗਾ, ਤਾਂ ਤੁਸੀਂ ਫਿਰ ਪੈਪਸੂ ਆਨਸਰ ਕਰ ਦਿਓ। ਠੀਕ ਹੈ, ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਸਭ ਤੋਂ ਜ਼ਿਆਦਾ ਵਾਰੀ ਐਮਰਜੈਂਸੀ ਜਿਹੜੀ ਹੈ ਉਹ ਕਿਹੜੀ ਸਟੇਟ ਦੇ ਵਿੱਚ ਲੱਗੀ ਆ? ਪਹਿਲੀ ਵਾਰੀ ਲੱਗੀ ਆਪਣੇ ਪੰਜਾਬ ਦੇ ਵਿੱਚ ਪੈਪਸੂ ਦੇ ਵਿੱਚ। ਸਭ ਤੋਂ ਜ਼ਿਆਦਾ ਵਾਰੀ ਜਿਹੜੀ ਐਮਰਜੈਂਸੀ ਹੈ ਉਹ ਕਿੱਥੇ ਲੱਗੀ ਹੈ? ਸਭ ਤੋਂ ਜ਼ਿਆਦਾ ਵਾਰੀ ਮੈਕਸਿਮਮ ਸਟੇਟ ਐਮਰਜੈਂਸੀ ਕਿੱਥੇ ਲੱਗੀ ਹੈ? ਆਮ ਵੇਟਿੰਗ ਫॉर योर आंसर। हाँ जी, नहीं जी, इट्स मणिपुर। चेंज हो चुका है, ਇਹ ਕਿਹਦੇ ਚ ਲੱਗੀ ਹੈ? ਮਨੀਪੁਰ ਦੇ ਵਿੱਚ ਲੱਗੀ ਹੈ। ਇਹ ਪੁਆਇੰਟ ਯਾਦ ਰੱਖਣਾ ਹੈਗਾ। ਸਭ ਤੋਂ ਜ਼ਿਆਦਾ ਵਾਰੀ ਜਿਹੜੀ ਐਮਰਜੈਂਸੀ ਆ ਉਹ ਕਿੱਥੇ ਲੱਗੀ ਆ? ਉਹ ਲੱਗੀ ਹੈ ਜੀ, ਓਹੋ, ਉਹ ਲੱਗੀ ਹੈ ਜੀ ਮਨੀਪੁਰ ਦੇ ਵਿੱਚ। ਠੀਕ ਹੈ, ਔਰ ਇਹ ਵੀ ਪੁੱਛ ਲਿਆ ਜਾਂਦਾ ਕਿ ਕਿੰਨੇ ਵਾਰੀ ਲੱਗੀ ਹੈ? ਮਨੀਪੁਰ ਦੇ ਵਿੱਚ 10 ਵਾਰੀ ਲੱਗੀ ਹੈ। यूपी दूजे नंबर ते आ चुके हैं, यूपी ਦੇ ਵਿੱਚ 9 ਵਾਰੀ ਲੱਗੀ ਹੈ। ਪੰਜਾਬ ਤੀਜੇ ਨੰਬਰ ਤੇ ਹੈ ਜੀ। ਇਹਨਾਂ ਦਾ ਸੀਕੁਐਂਸ ਵੀ ਯਾਦ ਰੱਖ ਲਓ, ਪਤਾ ਨਹੀਂ ਪੇਪਰ ਨੇ ਕਿੱਥੋਂ ਪੁੱਛ ਲੈਣਾ ਹੈਗਾ ਐਗਜ਼ਾਮੀਨਰ ਨੇ। ਪੰਜਾਬ 8 ਵਾਰੀ ਲੱਗੀ ਹੈ। ਅੱਛਾ, ਬਿਹਾਰ ਚ ਵੀ 8 ਵਾਰੀ ਲੱਗੀ ਹੈ। ਬਸ ਇਹ ਟॉप 4 ਯਾਦ ਰੱਖ ਲਿਓ। ਮਨੀਪੁਰ ਚ ਸਭ ਤੋਂ ਜ਼ਿਆਦਾ 10 ਵਾਰੀ, यूपी ਚ ਦੂਜੇ ਨੰਬਰ ਤੇ 9 ਵਾਰੀ, ਤੀਜੇ ਨੰਬਰ ਤੇ ਪੰਜਾਬ ਤੇ ਬਿਹਾਰ 8-8 ਵਾਰੀ। ਬਿਲकुल ਮਨੀਪੁਰ 10 ਵਾਰੀ ਰਾਜੇ, 10 ਵਾਰੀ ਮਨੀਪੁਰ। ਠੀਕ ਹੈ, ਇਹ ਯਾਦ ਰੱਖਣਾ। ਤਾਂ ਇਹ ਸਾਡਾ ਕੀ ਸੀਗਾ ਜੀ? ਸਟੇਟ ਐਮਰਜੈਂਸੀ ਦਾ ਕਨਸੈਪਟ ਸੀ। ਕਲੀਅਰ ਹੋਇਆ ਸਭ ਨੂੰ? ਜੇ ਲੱਗਦਾ ਤਾਂ ਕੋਈ ਕੁਐਸਚਨ ਪੁੱਛਣਾ ਤਾਂ ਮੈਨੂੰ ਪੁੱਛ ਸਕਦੇ ਹੋ। ਠੀਕ ਹੈ, ਪੰਜਾਬ ਦੇ ਵਿੱਚ ਕਦੋਂ ਕਦੋਂ ਲੱਗੀ ਹੈ? 51, 66, 68, ਥੋੜਾ ਜਿਹਾ ਲਿਖ ਲਓ। ਪੰਜਾਬ ਚ ਕਦੋਂ ਕਦੋਂ ਲੱਗੀ ਹੈ? ਪੰਜਾਬ ਚ ਸਭ ਤੋਂ ਪਹਿਲੀ ਵਾਰੀ 1951 ਦੇ ਵਿੱਚ, ਫਿਰ 66, ਫਿਰ 68, ਫਿਰ 1971। ਕਈ ਵਾਰੀ ਨਾ ਸਾਨੂੰ ਸਟੇਟ ਰਿਲੇਟਡ ਕੁਐਸਚਨ ਪੁੱਛ ਲਿਆ ਜਾਂਦਾ ਹੈ। 77, 80, 83, 87। ਆ 8 ਟਾਈਮਸ ਪੰਜਾਬ ਦੇ ਵਿੱਚ ਲੱਗੀ ਹੈ। ਹਾਂਜੀ, ਕੁਐਸਚਨਸ? ਉਹ ਕਿਹੜੀ ਸਟੇਟ ਹੈ ਜਿੱਥੇ ਲੱਗੀ ਨਹੀਂ ਅਜੇ तक एमरजेंसी जी? वाओ, मणिपुर में 8 बार स्टेट के रूप में और केंद्र शासित के रूप में 2 बार। बिल्कुल जी, वी हैव टू से 10 टाइम्स ना मोनिका, डेफिनेटली। ठीक है, हाँ जी बिल्कुल। तेलंगाना, छत्तीसगढ़। वेरी गुड मनप्रीत, वेरी गुड, वेरी गुड मोनिका। ठीक है, पॉइंट क्लियर होया। मणिपुर दे विच 8 टाइम्स एज अ स्टेट, 2 टाइम्स एज अ यूटी लगी है। डन हो गया। हाँ जी, उस तो बाद अगले पॉइंट ते चलदी हां जी। अगले पॉइंट ते लास्ट एमरजेंसी, फाइनेंशियल एमरजेंसी, वित्त संकट काल। तीन सौ 60 नंबर आर्टिकल। कारण की कारण हो सकता वित्त संकट काल का? बड़ा सिंपल जा रीजन है, बड़ा सिंपल जा कारण है, कोई बड़ा खास कारण नहीं हैगा। हाँ जी, अच्छा एक पॉइंट होर याद रखना है। पहला ना ਜਿਹੜਾ ਸਾਡਾ जम्मू कश्मीर ਸੀ ਧਾਰਾ 370 ਦੇ ਹੇਠ, ਉੱਥੇ ਵਿਧਾਨ ਸਭਾ ਵੱਲੋਂ ਵੀ ਬਿੱਲ ਪਾਸ ਕਰਨਾ ਜ਼ਰੂਰੀ ਹੁੰਦਾ ਸੀ। ਹੁਣ ਤਾਂ ਚਲੋ ਗਈਆਂ ਗੱਲਾਂ ਵਿਚਾਰਿਆਂ ਦੀਆਂ। ਠੀਕ ਹੈ, लैक ऑफ मनी, लैक ऑफ मनी की, चलो अच्छा, वित्त संकट का लैक ऑफ मनी। ठीक है जी, फाइनेंशियल क्राइसिस, डेफिनेटली ਜਦੋਂ ਸਾਡੇ ਦੇਸ਼ ਦੇ ਵਿੱਚ ਫਾਈਨੈਂਸ਼ੀਅਲ ਕ੍ਰਾਈਸਿਸ ਆ ਜਾਣ ਤਾਂ ਉਦੋਂ ਸਾਡੇ ਦੇਸ਼ ਦੇ ਵਿੱਚ ਕੀ ਕਰ ਦਿੱਤਾ ਜਾਂਦਾ ਹੈ? ਵਿੱਤੀ ਸੰਕਟ ਕਾਲ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਫਾਈਨੈਂਸ਼ੀਅਲ ਕ੍ਰਾਈਸਿਸ ਦਾ ਕੀ ਮਤਲਬ ਹੈ? ਜਿਵੇਂ ਕਿ ਹੁਣ ਤੁਸੀਂ ਆਲੇ ਦੁਆਲੇ ਸੁਣ ਰਹੇ ਹੋਵੋਗੇ, ਕੈਨੇਡਾ ਚ ਕ੍ਰਾਈਸਿਸ ਆ ਰਿਹਾ ਹੈਗਾ, ਅਮਰੀਕਾ ਚ ਕ੍ਰਾਈਸਿਸ ਆਇਆ, ਸ਼੍ਰੀਲੰਕਾ ਚ ਬਹੁਤ ਬੈਡਲੀ ਕ੍ਰਾਈਸਿਸ ਆ ਕੇ ਹਟਿਆ ਹੈਗਾ।
ਉਹ ਸਾਰੇ ਬਿਹਾਫ ਤੇ ਜੇ ਸਾਡੇ ਦੇਸ਼ ਦੇ ਵਿੱਚ ਵੀ ਕੁਝ ਇਸ ਤਰੀਕੇ ਦਾ ਘਾਟਾ ਪੈਂਦਾ ਕਿ ਮਹਿੰਗਾਈ ਬਹੁਤ ਜ਼ਿਆਦਾ ਵਧੀ ਹੋਈ ਹੈ, ਲੋਕਾਂ ਦੀ ਆਮਦਨ ਘਟ ਗਈ ਹੈ, ਲੋਕਾਂ ਦੇ ਖਰਚੇ ਵੱਧ ਗਏ ਨੇ, ਤਾਂ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਾਂ ਫਿਰ ਸਾਡੀ ਸਰਕਾਰ ਦੇ ਆਮਦਨ ਤੇ ਖਰਚੇ ਨੂੰ ਦੇਖਦੇ ਹੋਏ ਅਸੀਂ ਕੀ ਲਗਾ ਸਕਦੇ ਹਾਂ, ਫਾਈਨੈਂਸ਼ੀਅਲ ਐਮਰਜੈਂਸੀ ਲਗਾ ਸਕਦੇ ਹਾਂ। ਅਗੇਨ ਇਹਦੀ ਡਿਕਲੇਰੇਸ਼ਨ ਹੈ ਜਿਹੜਾ ਉਹ ਕੌਣ ਕਰਦਾ ਹੈ ਜੀ, ਰਾਸ਼ਟਰਪਤੀ ਕਰਦਾ ਹੈਗਾ। ਉਸ ਤੋਂ ਬਾਅਦ ਬਿੱਲ ਕਿੱਥੇ ਜਾਂਦਾ ਹੈ ਜੀ, ਸੰਸਦ ਦੇ ਵਿੱਚ ਜਾਂਦਾ ਹੈ। ਸੰਸਦ ਦੇ ਲੋਕ ਸਭਾ ਜਾਂ ਰਾਜ ਸਭਾ ਕਿਸੇ ਵੀ ਸਦਨ ਦੇ ਵਿੱਚੋਂ ਬਿੱਲ ਪਾਸ ਹੋ ਸਕਦਾ ਹੈਗਾ। ਇਹਦੇ ਵਾਸਤੇ ਸਾਡੀ ਸਿੰਪਲ ਮੈਜੋਰਿਟੀ ਦੀ ਜ਼ਰੂਰਤ ਪੈਂਦੀ ਹੈ। ਸਾਰਾ ਕੁਝ ਸੇਮ ਆ ਜਿਹੜਾ ਅਸੀਂ ਪਹਿਲਾਂ ਪੜ੍ਹ ਕੇ ਹਟੇ, ਔਰ ਇਹਦੇ ਨਾਲ ਸੰਬੰਧਿਤ ਬਿੱਲ 2 ਮਹੀਨਿਆਂ ਦੇ ਅੰਦਰ ਅੰਦਰ ਪਾਸ ਹੋਣਾ ਜ਼ਰੂਰੀ ਆ। ਦੇਖੋ ਜੀ, ਨੈਸ਼ਨਲ ਦਾ 1 ਮਹੀਨੇ ਦੇ ਅੰਦਰ ਅੰਦਰ ਪਾਸ ਹੋਣਾ ਜ਼ਰੂਰੀ ਹੁੰਦਾ ਹੈਗਾ, ਔਰ ਸਟੇਟ ਤੇ ਫਾਈਨੈਂਸ਼ੀਅਲ ਦਾ 2 ਮਹੀਨਿਆਂ ਦੇ ਅੰਦਰ ਅੰਦਰ ਪਾਸ ਹੋਣਾ ਜ਼ਰੂਰੀ ਹੈ। ਜਦੋਂ ਇੱਕ ਵਾਰੀ ਬਿੱਲ ਪਾਸ ਹੋ ਜਾਂਦਾ ਹੈ ਤਾਂ ਕਿੰਨੇ ਮਹੀਨਿਆਂ ਲਈ ਵੈਲਿਡ ਰਹਿੰਦਾ ਹੈ, 6 ਮਹੀਨੇ ਲਈ ਵੈਲਿਡ ਰਹਿੰਦਾ। ਪਰ ਇੱਥੇ ਵੀ ਸਾਡੇ ਕੋਲੇ ਕੋਈ ਮੈਕਸਿਮਮ ਲਿਮਿਟ ਨਹੀਂ ਹੈ ਜੀ ਕਿ ਸਾਨੂੰ ਭਾਈ ਇੰਨੇ ਟਾਈਮ ਦੇ ਅੰਦਰ ਅੰਦਰ ਬਿੱਲ ਪਾਸ ਕਰਨਾ ਜ਼ਰੂਰੀ ਹੋਊਗਾ। ਕੋਈ ਮੈਕਸਿਮਮ ਟਾਈਮ ਲਿਮਿਟ ਨਹੀਂ, ਜਿੰਨੇ ਵਾਰੀ ਮਰਜ਼ੀ ਕਰ ਦਿਓ, ਠੀਕ ਹੈ। ਹਾਂਜੀ, ਹਾਂ ਹਾਂ, ਬਿਲਕੁਲ ਬਿਲਕੁਲ। ਸੋ ਇਹ ਪੁਆਇੰਟ ਕਲੀਅਰ ਕਰਕੇ ਰੱਖਣਾ। ਅੱਜ ਤੱਕ ਸਾਡੇ ਦੇਸ਼ ਦੇ ਵਿੱਚ ਕਦੇ ਵੀ ਵਿੱਤੀ ਸੰਕਟ ਕਾਲ ਨਹੀਂ ਲੱਗਿਆ, ਇਹ ਵੀ ਯਾਦ ਰੱਖਣਾ। ਅੱਜ ਤੱਕ ਸਾਡੇ ਦੇਸ਼ ਦੇ ਵਿੱਚ ਕਦੇ ਵੀ ਵਿੱਤੀ ਸੰਕਟ ਕਾਲ ਨਹੀਂ ਲੱਗਿਆ, ਕਦੇ ਇਹੋ ਜਿਹੀ ਸਿਚੁਏਸ਼ਨ ਨਹੀਂ ਆਈ ਕਿ ਵਿੱਤੀ ਸੰਕਟ ਕਾਲ ਲੱਗੇ, ਠੀਕ ਹੈ। ਰਾਸ਼ਟਰਪਤੀ ਵੱਲੋਂ ਡਿਕਲੇਅਰ, ਬਿੱਲ ਸੰਸਦ ਦੇ ਕਿਸੇ ਵੀ ਸਦਨ ਚ ਪਹਿਲਾਂ ਜਾ ਸਕਦਾ ਹੈ, ਸਧਾਰਨ ਬਹੁਮਤ ½+1 ਨਾਲ ਪਾਸ ਹੋਊਗਾ। ਕਿੰਨੇ ਮਹੀਨਿਆਂ ਦੇ ਅੰਦਰ ਅੰਦਰ ਪਾਸ ਹੋਣਾ ਜ਼ਰੂਰੀ ਹੈ, 2, ਮਤਲਬ 2 ਮੈਕਸਿਮਮ ਟਾਈਮ ਹੈ, ਉਸ ਤੋਂ ਪਹਿਲਾਂ ਹੀ ਪਾਸ ਕਰਨਾ ਹੁੰਦਾ। 6 ਮਹੀਨਿਆਂ ਲਈ ਵੈਲਿਡ ਰਹਿੰਦਾ ਹੈ, ਔਰ ਕਿੰਨਾ ਟਾਈਮ ਮਰਜ਼ੀ ਲੱਗ ਸਕਦੀ ਹੈ, ਲਗਾਤਾਰ 10 ਸਾਲ ਵੀ ਲੱਗ ਸਕਦੀ ਹੈ। ਇਹਦੇ ਚ ਵੀ ਕੋਈ ਮੈਕਸਿਮਮ ਲਿਮਿਟ ਨਹੀਂ ਹੈ। ਤਾਂ ਇਹ ਸਾਡਾ ਸੀਗਾ ਜੀ ਐਮਰਜੈਂਸੀ ਦਾ ਕਨਸੈਪਟ। ਹੁਣ ਅਸੀਂ ਇਹਦੇ ਆਰਟੀਕਲਸ ਪੜ੍ਹ ਲਈਏ, 352, 56 ਤੇ 60। ਇਹ ਤਾਂ ਅਸੀਂ ਪੜ੍ਹ ਚੁੱਕੇ ਹਾਂ। ਇਹ ਤੋਂ ਬਿਨਾਂ 3-4 ਹੋਰ ਇੰਪੋਰਟੈਂਟ ਆਰਟੀਕਲਸ ਨੇ ਜਿਹੜੇ ਅਸੀਂ ਪੜਾਂਗੇ, ਜਿਵੇਂ ਕਿ 353 ਨੰਬਰ ਆਰਟੀਕਲ। ਆਰਟੀਕਲ ਜਿਹੜਾ 353 ਆ, ਇਹ ਕੀ ਕਹਿੰਦਾ ਹੈ, ਇਫੈਕਟ ਕੀ ਨੇ ਐਮਰਜੈਂਸੀ ਦੇ, ਇਫੈਕਟ ਆਫ ਪ੍ਰੋਕਲੇਮੇਸ਼ਨ ਆਫ ਐਮਰਜੈਂਸੀ, ਇਫੈਕਟਸ ਆਫ proclamation of emergency। proclamation ਹੁੰਦਾ ਘੋਸ਼ਣਾ, ਸੰਕਟ ਕਾਲ, ਇਫੈਕਟ ਹੁੰਦਾ ਪ੍ਰਭਾਵ। ਸੰਕਟ ਕਾਲ ਦੀ ਘੋਸ਼ਣਾ ਦੇ ਕੀ ਕੀ ਪ੍ਰਭਾਵ ਰਹਿੰਦੇ ਨੇ, ਜਦੋਂ ਅਸੀਂ ਆਪਣੇ ਦੇਸ਼ ਦੇ ਵਿੱਚ ਸੰਕਟ ਕਾਲ ਡਿਕਲੇਅਰ ਕਰ ਦਿੰਦੇ ਹਾਂ, ਉਹਦੇ ਕੀ ਇਫੈਕਟ ਨੇ। ਜਿਵੇਂ ਅਸੀਂ ਕਿਹਾ ਨਾ ਕਿ ਲੋਕ ਸਭਾ ਦਾ ਕਾਰਜਕਾਲ 1 ਸਾਲ ਤੱਕ ਵੱਧ ਸਕਦਾ ਹੈ, ਇਹ ਇਫੈਕਟ ਐਮਰਜੈਂਸੀ ਡਿਕਲੇਰੇਸ਼ਨ ਦਾ ਹੀ ਹੈ। ਤਾਂ ਇਹਦਾ ਆਰਟੀਕਲ ਕਿਹੜਾ ਹੈ, 353, ਠੀਕ ਹੈ। ਲਿਖਤਾ ਦਿੱਤਾ ਬੰਦਨਾ, ਲਿਖਤਾ ਦਿੱਤਾ। ਪਤਾ ਨਹੀਂ ਕੀ ਤੁਹਾਨੂੰ ਮਤਲਬ ਪੰਜਾਬੀ ਦੇ ਤੁਸੀਂ ਇੰਨਾ ਪਿੱਛੇ ਪਏ ਰਹਿੰਦੇ ਹੋ। ਸਿੰਪਲ ਜੇ ਸ਼ਬਦ ਹੈ, ਇਫੈਕਟ ਪ੍ਰਭਾਵ ਹੈ, ਐਮਰਜੈਂਸੀ ਪੜ੍ਹੀ ਜਾਂਦੇ ਹੋ, ਪ੍ਰੋਕਲੇਮੇਸ਼ਨ ਘੋਸ਼ਣਾ, ਸੰਕਟ ਕਾਲ ਦੀ ਘੋਸ਼ਣਾ ਦੇ ਕੀ ਕੀ ਪ੍ਰਭਾਵ ਨੇ, ਇਹ ਆਰਟੀਕਲ 353 ਹੈ। ਇਹ ਕਈ ਸ਼ਬਦਾਂ ਦੀ ਅੰਗਰੇਜ਼ੀ ਤਾਂ ਲਿਖੀ ਜਾਂਦੀ ਹੈ, ਪੇਪਰ 'ਚ ਐਜ਼ ਇਟ ਇਜ਼ ਆ ਜਾਂਦਾ ਹੈਗਾ। ਪੇਪਰ ਵਾਲਾ ਪਿਛਲੇ ਵਾਰੀ ਧੱਜੀਆਂ ਉਡਾਤੀਆਂ ਉਹਨਾਂ ਨੇ, ਪੰਜਾਬੀ ਪੰਜੂਬੀ ਦੀਆਂ, ਅੰਗਰੇਜ਼ੀ ਦੀਆਂ ਟਰਮਸ ਚੱਲੀਆਂ ਨੇ ਉੱਥੇ, ਤਾਂ ਉੱਥੇ ਫਿਰ ਤੁਹਾਨੂੰ ਇਹਨੂੰ ਪੜ੍ਹਨਾ ਪਊਗਾ। ਅਗਲਾ ਪੁਆਇੰਟ ਜਿਹੜਾ ਹੈਗਾ ਜੀ, ਉਹ ਹੈਗਾ 355। 354 ਨਹੀਂ ਤੁਸੀਂ ਕਰਨਾ, ਫਿਰ ਤੁਸੀਂ ਹੁਣ ਤੁਹਾਡੇ ਚੋਂ ਕਈ ਜਣੇ ਪੁੱਛਣਗੇ 354 ਕਿੱਥੇ ਹੈ ਜੀ, 354 ਛੱਡਣਾ, ਇੰਪੋਰਟੈਂਟ ਨਹੀਂ। 355 ਕੀ ਹੈ ਕਿ ਜਦੋਂ ਵੀ ਸਾਡੇ ਦੇਸ਼ ਦੇ ਵਿੱਚ ਐਮਰਜੈਂਸੀ ਦੇ ਦੌਰਾਨ, ਐਮਰਜੈਂਸੀ ਪੰਜਾਬੀ ਚ ਲਿਖ ਦਿੰਦੀ ਆ ਲੋ, ਐਮਰਜੈਂਸੀ ਦੇ ਦੌਰਾਨ ਦੇਸ਼ ਅਤੇ ਰਾਜਾਂ ਪ੍ਰਤੀ, ਐਮਰਜੈਂਸੀ ਦੇ ਦੌਰਾਨ ਦੇਸ਼ ਅਤੇ ਰਾਜਾਂ ਪ੍ਰਤੀ ਕੇਂਦਰ ਦੀ ਭੂਮਿਕਾ ਜਾਂ ਫਰਜ਼। ਜਦੋਂ ਵੀ ਸਾਡੇ ਦੇਸ਼ ਦੇ ਵਿੱਚ ਐਮਰਜੈਂਸੀ ਲੱਗਦੀ ਆ, ਸਾਨੂੰ ਸਾਰਿਆਂ ਨੂੰ ਪਤਾ ਕਿ ਐਮਰਜੈਂਸੀ ਕੁਛ ਅਜਿਹਾ ਸੀਨ ਆ ਜਿਹਦੇ ਵਿੱਚ ਸੈਂਟਰ ਨੂੰ ਰਿਸਪੌਂਸਿਬਲ ਹੋ ਕੇ ਪੂਰੇ ਦੇਸ਼ ਨੂੰ ਪ੍ਰੋਟੈਕਟ ਕਰਨਾ ਪੈਂਦਾ ਹੈ। ਜੇ ਕਈ ਵਾਰੀ ਕੋਈ ਸਟੇਟ ਬਾਰਡਰ ਸਟੇਟ ਆ, ਫॉर ਐਗਜ਼ਾਮਪਲ ਸਾਡਾ ਪਾਕਿਸਤਾਨ ਨਾਲ ਯੁੱਧ ਲੱਗਿਆ, ਸਾਨੂੰ ਪਤਾ ਹੈ ਪੰਜਾਬ ਬਾਰਡਰ ਸਟੇਟ ਆ, ਇਫੈਕਟ ਆਉਣਾ ਹੀ ਆਉਣਾ ਹੈ। ਪੰਜਾਬ ਸਟੇਟ ਨੂੰ ਇਹ ਡਿਊਟੀ ਹੈ ਸੈਂਟਰ ਦੀ ਕਿ ਉਹ ਪੰਜਾਬ ਸਟੇਟ ਨੂੰ ਸੰਭਾਲੂਗੀ। ਸੇਮ ਐਸ ਜਦੋਂ ਅਸੀਂ ਚਾਈਨਾ ਨਾਲ ਵਾਰ ਦੇਖਦੇ ਹਾਂ ਤਾਂ ਸਾਡੀਆਂ ਜਿਹੜੀਆਂ ਉੱਪਰ ਵਾਲੀਆਂ ਈਸਟਰਨ ਸਟੇਟਸ ਨੇ
ਉਹਨਾਂ ਨੂੰ ਸੰਭਾਲਣ ਦੀ ਰਿਸਪੌਂਸਿਬਿਲਿਟੀ ਕੇਂਦਰ ਦੀ ਹੈ। ਤਾਂ ਐਮਰਜੈਂਸੀ ਦੇ ਦੌਰਾਨ ਸੈਂਟਰ ਹੈਜ਼ ਟੂ ਪਲੇ ਐਨ ਇੰਪੋਰਟੈਂਟ ਰੋਲ, ਕੇਂਦਰ ਨੂੰ ਬਹੁਤ ਇੰਪੋਰਟੈਂਟ ਰੋਲ ਪਲੇ ਕਰਨਾ ਪੈਂਦਾ ਹੈ। ਇਹ ਆਰਟੀਕਲ 355 ਦੇ ਵਿੱਚ ਲਿਖਿਆ ਹੋਇਆ ਹੈਗਾ। ਠੀਕ ਹੈ, ਨਹੀਂ ਭੰਗ ਹੁੰਦੀ। ਮੋਨਿਕਾ ਕਿਵੇਂ ਭੰਗ ਹੋ ਜੂਗੀ ਐਮਰਜੈਂਸੀ ਦੇ ਦੌਰਾਨ? ਹਾਏ ਮੈਂ ਮਰ ਜਾਵਾਂ। ਰਾਜ ਸਭਾ ਡਿਸੋਲਵ ਕਿਵੇਂ ਹੋ ਸਕਦੀ ਹੈ? ਰਾਜ ਸਭਾ ਡਿਸੋਲਵ ਹੀ ਨਹੀਂ ਹੁੰਦੀ ਮਨਪ੍ਰੀਤ। ਕਿਹੋ ਜਿਹੇ ਸਵਾਲ ਐਂਡ ਤੇ ਆ ਕੇ ਪੇਪਰ ਇੰਨਾ ਕੁਝ ਪੜ੍ਹ ਕੇ, ਹਾਊ ਯੂ ਕੁਡ ਇਵਨ ਆਸਕ ਮੀ ਥੀਸ ਕੁਐਸਚਨਸ। ਰਾਜ ਸਭਾ ਕਦੇ ਵੀ ਡਿਸੋਲਵ ਨਹੀਂ ਹੁੰਦੀ, ਐਮਰਜੈਂਸੀ ਤਾਂ ਖਾਦੀ ਕੜੀ। ਰਾਜ ਸਭਾ ਡਿਸੋਲਵ ਹੁੰਦੀ ਹੈ? ਰਾਜ ਸਭਾ ਡਿਸੋਲਵ ਹੋ ਹੀ ਨਹੀਂ ਸਕਦੀ ਕਦੇ ਵੀ। ਐਮਰਜੈਂਸੀ ਦੌਰਾਨ ਨਾ ਲੋਕ ਸਭਾ ਭੰਗ ਹੁੰਦੀ ਹੈ, ਨਾ ਰਾਜ ਸਭਾ ਦਾ ਤਾਂ ਮੁੱਦਾ ਹੀ ਨਹੀਂ, ਨਾ ਵਿਧਾਨ ਸਭਾ ਭੰਗ ਹੁੰਦੀ ਆ। ਠੀਕ ਹੈ, ਪਤਾ ਨਹੀਂ ਕਿਹੜੀਆਂ ਪਾਣੀ ਚ ਡਾਂਗਾ ਮਾਰੀ ਜਾਂਦੀਆਂ ਨੇ ਬੈਠੀਆਂ। 355 ਨੰਬਰ ਆਰਟੀਕਲ, ਕੇਂਦਰ ਦੀ ਰਿਸਪੌਂਸਿਬਿਲਿਟੀ। ਹਨਾ, ਮੈਨੂੰ ਲੱਗਦਾ ਤੁਸੀਂ ਮੇਰਾ ਪੜਾਇਆ ਖੂਹ ਖਾਤੇ ਸਿੱਟੋਗੇ। ਚਲੋ ਆਰਟੀਕਲ 357, ਆਰਟੀਕਲ 357, 356 ਤਾਂ ਅਸੀਂ ਪੜ੍ਹ ਹੀ ਲਿਆ, ਸਟੇਟ ਐਮਰਜੈਂਸੀ ਹੈ। ਕਿਆ ਕਰ ਰਹੇ ਹੋ ਯਾਰ? ਕਿਹੜੇ ਟੀਚਰ ਨੇ ਲਿਖਵਾਤਾ? ਕਿਹੜਾ ਇਹੋ ਜਿਹਾ, ਮਤਲਬ ਮੈਂ ਕਹਿਣਾ ਨਹੀਂ ਚਾਹੁੰਦੀ, ਕਿਹੜਾ ਇਹੋ ਜਿਹਾ ਬੇਵਕੂਫ ਜੰਮਿਆ ਜਿਹਨੇ ਕਹਿਤਾ ਰਾਜ ਸਭਾ ਨਾਰਮਲ ਵੀ ਡਿਸੋਲਵ ਨਹੀਂ ਹੁੰਦੀ? ਟੀਚਰ ਛੱਡੋ, ਜਿਹਨੇ ਵੀ ਲਿਖਾਤਾ ਉਹਨੂੰ ਮਾਫੀ ਦਿਓ ਤੇ ਹੁਣ ਬਸ ਇਹਨੂੰ ਸਹੀ ਕਰਕੇ ਪੜ੍ਹ ਲਓ। ਠੀਕ ਹੈ, ਕਈ ਵਾਰੀ ਤੁਹਾਡੇ ਵੀ ਸਾਰੇ ਦੀ ਗੱਲ ਨਹੀਂ, ਤੁਹਾਨੂੰ ਕੋਈ ਪੜ੍ਹਾਈ ਇਹੋ ਜਿਹਾ ਜਾਂਦਾ ਹੈਗਾ। ਠੀਕ ਹੈ, ਮਤਲਬ ਵੀ ਚਲੋ ਰੱਬ ਭਲਾ ਕਰੇ। ਆਰਟੀਕਲ 357 ਤੇ ਆ ਜਾਓ। ਨਹੀਂ ਹੁੰਦੀ ਰਾਜੇ, ਜੇ ਹੋਊਗੀ ਮੈਂ ਦੱਸੂਗੀ। ਇਹੋ ਜਿਹੀ ਕਿਹੜੀ ਗੱਲ ਹੈ ਵੀ ਮੈਂ ਨਾ ਦੱਸਾਂ ਤੁਹਾਨੂੰ? ਠੀਕ ਹੈ, ਡੋਂਟ ਵਰੀ, ਡੋਂਟ ਟੇਕ ਇਟ ਲਾਈਕ ਕਿ ਕੀ ਹੋ ਗਿਆ ਜਾਂ ਕਿਵੇਂ ਹੋ ਗਿਆ। ਠੀਕ ਹੈ, ਡਿਸੋਲਵ ਹੁੰਦੀ ਆ, ਡਿਸੋਲਵ ਨਹੀਂ ਹੁੰਦੀ, ਸਸਪੈਂਡ ਹੁੰਦੀ ਹੈ ਸਟੇਟ ਗਵਰਨਮੈਂਟ। ਜਿਹੜੀ ਸਟੇਟ ਗਵਰਨਮੈਂਟ ਹੈ ਨਾ, ਇਹ ਸਸਪੈਂਡ ਹੁੰਦੀ ਆ, ਡਿਸੋਲਵ ਨਹੀਂ ਹੁੰਦੀ। ਡਿਸੋਲਵ ਨਹੀਂ ਹੁੰਦੀ, ਭੰਗ ਨਹੀਂ ਹੁੰਦੀ। ਭੰਗ ਸ਼ਬਦ ਐਮਰਜੈਂਸੀ ਨਾਲ ਰਿਲੇਟਡ ਹੀ ਨਹੀਂ ਹੈਗਾ, ਇਹ ਯਾਦ ਰੱਖ ਲਿਓ। ਠੀਕ ਹੈ, ਡਿਸੋਲਵ ਨਹੀਂ ਹੁੰਦੀ, ਸਟੇਟ ਗਵਰਨਮੈਂਟ ਵੀ ਸਸਪੈਂਡ ਹੁੰਦੀ ਆ। ਸਮਝੇ? ਸਸਪੈਂਸ਼ਨ, ਨਾਟ ਡਿਸੋਲਵਮੈਂਟ। ਸ਼ਬਦਾਂ ਦਾ ਖੇਡ ਇੱਧਰ ਉੱਧਰ ਨਹੀਂ ਕਰਨਾ। ਹਾਂਜੀ, ਸਟੇਟ ਐਮਰਜੈਂਸੀ ਦੇ ਦੌਰਾਨ ਲੈਜਿਸਲੇਟਿਵ ਪਾਵਰ ਦੀ ਘੋਸ਼ਣਾ, ਰਾਜ ਸੰਕਟ ਕਾਲ ਦੇ ਦੌਰਾਨ ਵਿਧਾਨਿਕ ਸ਼ਕਤੀਆਂ ਹੁਣ ਤੁਸੀਂ ਦੇਖੋ ਆਰਟੀਕਲ 357 ਕੀ ਕਹਿੰਦਾ ਵੀ ਜਦੋਂ ਸਾਡੇ ਦੇਸ਼, ਕਈ ਵਾਰੀ ਕਿਸੇ ਸਟੇਟ ਦੇ ਵਿੱਚ ਐਮਰਜੈਂਸੀ ਲੱਗੀ ਆ ਤਾਂ ਸਟੇਟ ਦੇ ਵਿੱਚ ਐਮਰਜੈਂਸੀ ਦੌਰਾਨ ਸਟੇਟ ਸਰਕਾਰ ਤਾਂ ਸਸਪੈਂਡ ਹੋ ਜਾਂਦੀ ਆ। ਇਹ ਹੋ ਸਕਦਾ ਹੈ, ਨਹੀਂ ਵੀ ਹੋ ਸਕਦਾ, ਹੋ ਵੀ ਸਕਦਾ। ਸਸਪੈਂਡ ਹੋਗੀ, ਉਹਦੇ ਦੌਰਾਨ ਫਿਰ ਜਿਹੜੀਆਂ ਵਿਧਾਨਕ ਸ਼ਕਤੀਆਂ ਨੇ ਇਹ ਸੈਂਟਰ ਵੱਲੋਂ ਕੰਟਰੋਲ ਕਰੀਆਂ ਜਾਂਦੀਆਂ ਨੇ। ਫਿਰ ਮਤਲਬ ਕੇਂਦਰ ਸਰਕਾਰ ਜੇ ਅਚਾਨਕ ਕਾਨੂੰਨ ਬਣਾਉਣ ਦੀ ਲੋੜ ਪੈ ਜੇ ਡਿਊਰਿੰਗ ਐਮਰਜੈਂਸੀ, ਜਦੋਂ ਕਿ ਸਟੇਟ ਗਵਰਨਮੈਂਟ ਸਸਪੈਂਡ ਹੋਈ ਪਈ ਆ, ਤਾਂ ਫਿਰ ਇਹਨਾਂ ਦੀ ਜਿਹੜੀ ਪ੍ਰੋਕਲੇਮੇਸ਼ਨ ਆ, ਇਹਨਾਂ ਦੀ ਘੋਸ਼ਣਾ ਜਿਹੜੀ ਹੈ ਉਹ ਸੈਂਟਰ ਵੱਲੋਂ ਕਰੀ ਜਾਊਗੀ। ਆਰਟੀਕਲ 357 ਐਵੇਂ ਕਹਿੰਦਾ ਹੈਗਾ। ਠੀਕ ਹੈ, ਹਾਂਜੀ। ਹਰਦੀਪ ਜੀ ਸਸਪੈਂਡ, ਤੁਸੀਂ ਚਾਹ ਪੀਓ, ਪਾਣੀ ਪੀਓ ਚੱਕ ਕੇ। ਸਟੇਟ ਗਵਰਨਮੈਂਟ ਸਸਪੈਂਡ ਉਦੋਂ ਹੋਊਗੀ ਜਦੋਂ ਸਾਡੇ 356 ਆਰਟੀਕਲ ਲੱਗਿਆ ਹੋਊਗਾ, ਜਦੋਂ ਸਟੇਟ ਐਮਰਜੈਂਸੀ ਲੱਗੀ ਹੋਊਗੀ। ਜਦੋਂ ਸਟੇਟ ਐਮਰਜੈਂਸੀ, ਨੈਸ਼ਨਲ ਐਮਰਜੈਂਸੀ ਵੇਲੇ ਸਟੇਟ ਸਰਕਾਰ ਨੂੰ ਭੰਗ ਕਰਕੇ ਕਿਆ ਕਰਨਾ ਬਈ, ਮੈਨੂੰ ਐਂ ਦੱਸੋ। ਨੈਸ਼ਨਲ ਐਮਰਜੈਂਸੀ ਵੇਲੇ ਸਟੇਟ ਦੀ ਗਵਰਨਮੈਂਟ ਨੂੰ ਭੰਗ ਕਿਵੇਂ ਕਰ ਸਕਦੇ ਆ? ਕੀ ਕੰਮ ਹੈ ਸਟੇਟ ਗਵਰਨਮੈਂਟ ਦਾ? ਜਦੋਂ ਸਟੇਟ ਐਮਰਜੈਂਸੀ ਲੱਗੀ ਉਦੋਂ ਸਟੇਟ, ਮਤਲਬ ਸਟੇਟ ਤੋਂ ਕੰਟਰੋਲ ਨਹੀਂ ਹੋ ਰਿਹਾ, ਸਟੇਟ ਗਵਰਨਮੈਂਟ ਨੂੰ ਸਸਪੈਂਡ ਕਰ ਦੋ। ਕੁਝ ਸਸਪੈਂਡ ਦਾ ਮਤਲਬ ਮੁਅੱਤਲ, ਵੀ ਤੁਸੀਂ ਹੁਣ 6 ਸਾਲ ਮਹੀਨੇ ਸਾਨੂੰ ਕੰਟਰੋਲ ਕਰਨ ਦਿਓ, ਵੀ ਵਿਲ ਚੈੱਕ ਇਟ ਆਊਟ, ਆਫਟਰ ਦੈਟ ਤੁਸੀਂ ਆ ਜਾਓ। ਚਾਹ, ਕੌਫੀ, ਕੋਈ ਪਾਣੀ, ਕੋਈ ਸੇਵਾ ਹੋਰ ਮੈਂ ਪਹੁੰਚਾ ਦਿੰਨੀ ਆ। ਆਰਟੀਕਲ 357 ਲਿਖ ਲਿਓ।
ਪੇਪਰ ਚ ਪਤਾ ਕੀ ਹੈ, ਪ੍ਰੈਜ਼ੈਂਸ ਆਫ ਮਾਈਂਡ ਇਜ਼ ਵੈਰੀ ਇੰਪੋਰਟੈਂਟ, ਅ ਕਾਮਨ ਲੌਜਿਕ ਇਜ਼ ਵੈਰੀ ਇੰਪੋਰਟੈਂਟ। ਇਹ ਸਭ ਤੋਂ ਖਤਰਨਾਕ ਚੀਜ਼ ਹੈ ਜਦੋਂ ਤੁਸੀਂ ਖੁਦ ਦਾ ਲੌਜਿਕ ਨਹੀਂ ਲਾਉਂਦੇ, ਜਦੋਂ ਤੁਸੀਂ ਸਪੂਨ ਫੀਡਿੰਗ ਤੇ ਚੱਲ ਰਹੇ ਹੋ, ਠੀਕ ਹੈ। ਮੈਂ ਅਨਐਕਸਪੈਕਟਡਲੀ ਲਾਸਟ ਤੇ ਪੇਪਰ ਦੇ ਆ ਕੇ, ਸਿਲੇਬਸ ਦੇ ਲਾਸਟ ਫੇਜ਼ ਤੇ ਆ ਕੇ ਜਿਹੜੀਆਂ ਚੀਜ਼ਾਂ ਅਸੀਂ ਇੰਨੀਆਂ ਕੁ ਕਮਾਲ ਕਰੀਆਂ ਨੇ, ਉਹਨਾਂ ਬਾਰੇ ਦੇ ਵਿੱਚ ਆ ਕੇ ਤੁਸੀਂ ਆਪਣੇ ਆਪਣੇ ਜਿਹੜੇ ਵਿਚਾਰ ਪ੍ਰਗਟਾ ਰਹੇ ਹੋ, ਇਹ ਬਹੁਤ ਖਤਰਨਾਕ ਨੇ। ਪ੍ਰੈਜ਼ੈਂਸ ਆਫ ਮਾਈਂਡ, ਕੁਐਸਚਨ ਪੁੱਛਣ ਪਿੱਛੇ ਇੱਕ ਲੌਜਿਕ ਵੀ ਹੋਣਾ ਚਾਹੀਦਾ। ਜੇ ਸਾਨੂੰ ਤੁਸੀਂ ਫੀਸ ਦਿੱਤੀ ਤਾਂ ਮਤਲਬ ਇਹਨੇ ਕੋਈ ਬੌਂਦਲੇ ਜਿਹੇ ਹੋਰ ਹੀ ਬੇਕਾਰ ਕੁਐਸਚਨ ਪੁੱਛੀ ਜਾਓਗੇ, ਥੋੜੇ ਦਾ ਦਿਮਾਗ ਲਾ। ਯੂ ਆਰ ਐਵਰੀਬਡੀ ਆਰ ਲਾਈਕ ਗ੍ਰੈਜੂਏਟਸ, ਤੁਸੀਂ ਸਾਰੇ ਹੈਗੇ ਹੋ। ਆਫਟਰ ਦੈਟ ਤੁਸੀਂ ਆਲਰੇਡੀ ਐਗਜ਼ਾਮ ਕੁਆਲੀਫਾਈ ਕਰਕੇ ਆਏ ਹੋ। ਇਹ ਪੀਪਲ ਆਰ ਆਲਰੇਡੀ ਲਾਈਕ ਫੇਸ ਦੈਟ ਕੰਪੀਟੀਸ਼ਨ। ਚਲੋ 357 ਹੋ ਗਿਆ। ਅਗਲਾ ਹੈਗਾ ਜੀ 358। 358 ਗੱਲ ਕਰਦਾ ਅਨੁਛੇਦ 19 ਦੇ ਸਸਪੈਂਡ ਹੋਣ ਦੀ। ਅਸੀਂ ਕਿਹਾ ਨਾ ਕਿ ਸਾਡੇ ਦੇਸ਼ ਦੇ ਵਿੱਚ ਐਮਰਜੈਂਸੀ ਦੇ ਦੌਰਾਨ ਆਰਟੀਕਲ 19 ਜਿਹੜਾ ਹੈ ਉਹ ਸਸਪੈਂਡ ਹੋ ਜਾਂਦਾ ਹੈ। ਇਹ ਕਿਹਦੇ ਚ ਲਿਖਿਆ ਹੋਇਆ? 358 ਆਰਟੀਕਲ ਚ ਲਿਖਿਆ ਹੋਇਆ ਕਿ ਆਰਟੀਕਲ 19 ਸ਼ੁੱਡ ਬੀ ਸਸਪੈਂਡਡ। ਸਸਪੈਂਡ ਮੁਅੱਤਲ, ਖਤਮ ਨਹੀਂ ਕੀਤਾ ਜਾ ਸਕਦਾ, ਮੁਅੱਤਲ ਕੀਤਾ ਜਾ ਸਕਦਾ। ਅਗੇਨ ਸ਼ਬਦਾਂ ਦੇ ਖੇਡ ਤੇ ਹੀ ਕਈ ਆਨਸਰਸ ਛਿਪੇ ਹੋਏ ਨੇ। ਸਸਪੈਂਡ ਕਰਨਾ ਤੇ ਖਤਮ ਕਰਨਾ ਇੱਕ ਬਹੁਤ ਵੱਡੀਆਂ ਚੀਜ਼ਾਂ ਹੁੰਦੀਆਂ ਨੇ, ਬਹੁਤ ਬਦਲਾਅ ਵਾਲੀਆਂ ਚੀਜ਼ਾਂ ਨੇ। ਉਸ ਤੋਂ ਬਾਅਦ ਬਸ ਆਰਟੀਕਲ 360 ਆ ਗਿਆ। 360 ਅਸੀਂ ਪੜ੍ਹ ਕੇ ਆਏ ਹਾਂ, ਤਾਂ ਇਹ ਕੁਛ ਅਬਾਊਟ ਆਰਟੀਕਲ ਸੀ, ਕਿਉਂਕਿ ਅਸੀਂ 352, 56 ਤੇ 60 ਬਹੁਤ ਪੜ੍ਹਦੇ ਹਾਂ। ਇਹਨਾਂ ਆਰਟੀਕਲਸ ਨੂੰ ਵੀ ਨੋਟ ਡਾਊਨ ਕਰ ਲਓ ਔਰ ਚਾਹ ਪਾਣੀ ਪੀਓ, ਕਾਫੀ ਕੂਫੀ ਪੀਓ। ਮੈਨੂੰ ਪਤਾ ਟੈਸਟ ਨੇ ਤੁਹਾਨੂੰ ਕੰਪਲੀਟਲੀ ਬਦਲਾ ਦਿੱਤਾ ਹੈ। ਵਿਲ ਡਿਸਕਸ, ਕਈ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ, ਉਹ ਟੈਸਟ ਨਹੀਂ ਕਵਰ ਕਰ ਪਾ ਰਹੇ ਸੀ। ਇਟਸ ਓਕੇ, ਯੂ ਵਿਲ ਕਵਰ ਇਟ ਅਪ। ਫਿਰ ਆਪਾਂ ਉਸ ਤੋਂ ਬਾਅਦ ਇਹਨੂੰ ਡਿਸਕਸ ਕਰਾਂਗੇ, ਠੀਕ ਹੈ। ਤਾਂ ਆਪਦਾ ਧਿਆਨ ਰੱਖੋ ਔਰ ਇਹ ਅਜਿਹਾ ਟਾਈਮ ਆ ਜਿਹੜਾ ਤੁਹਾਨੂੰ ਖੁਦ ਨੂੰ ਮੈਂਟਲੀ ਇਨਵੋਲਵਡ ਹੋਣਾ ਪਊਗਾ ਤੁਹਾਡੀ ਪ੍ਰੈਪਰੇਸ਼ਨ ਦੀ ਪ੍ਰੋਸੈਸ ਦੇ ਵਿੱਚ, ਠੀਕ ਹੈ। ਚਲੋ ਜੀ 360 ਬੇਬੀ ਜੀ 369 ਨਹੀਂ ਕਰਨਾ। 369 ਕਿਵੇਂ ਕਰਾਂਗੇ? ਐਮਰਜੈਂਸੀ 352 ਤੋਂ ਲੈ ਕੇ 360 ਦੇ ਵਿੱਚ ਹੈ। ਹਾਊ ਵੀ ਕੁਡ ਸੇ ਅਬਾਊਟ 369। 369 ਕਿਉਂ ਕਰਾਂਗੇ ਅਸੀਂ? थ्री 359 नहीं करना। सोनिया बहुत औखा सी टेस्ट, मैं दसिया तो सी औखा होगा टेस्ट, मैं तो ऑलरेडी कहता सीगा। ਇਹ ਇੱਕ ਐਕਸਟ੍ਰੀਮ ਐਂਡ ਟੈਸਟ ਸੀ ਜਿਹਦੇ ਵਿੱਚ ਮਤਲਬ ਸਾਰੀਆਂ ਹੱਦਾਂ ਪਾਰ ਕਰਕੇ ਮੇਰੇ ਵੱਲੋਂ ਟੈਸਟ ਬਣਾਇਆ ਗਿਆ ਸੀ ਤਾਂ ਕਿ ਤੁਸੀਂ ਦਿਮਾਗ ਨੂੰ ਜਿਹੜੀ ਜਰ ਲੱਗੀ ਉਹ ਲੈ ਜੇ, ਠੀਕ ਹੈ। ਅਗਲੀ ਵਾਰੀ ਸੌਖਾ ਪਾਉਂਗੀ, ਡੋਂਟ ਵਰੀ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਮੈਨੂੰ ਵੀ ਲੱਗਦਾ ਆਫ ਕਰ ਦੇ। ਹਾਂ 3 ਉਹੀ ਗੱਲ ਹੈ ਨਾ, ਸੋਚ ਕੁਛ ਹੋ ਰਹੀ ਹੋ, ਕਰ ਕੁਛ ਹੋ ਰਹੇ ਹੋ। ਅ ਲੋਟ ਆਫ ਮੈਟਰ ਇਨਵੋਲਵਡ ਹੋ ਰਿਹਾ, ਕਨਫਿਊਜ਼ਿੰਗ ਹੋ ਰਹੀ ਹੈ। ਚਲੋ ਇਟਸ ਓਕੇ ਸਟੂडेंट्स, ਮਿਲਦੇ ਆ। ਸੈਟਲਮੈਂਟ ਰੱਖੋ। ਯੂ ਨੀਡ ਅ ਗੁੱਡ ਕਾਫੀ। ਚਲੋ ਫਿਰ ਸਤਿ ਸ਼੍ਰੀ ਅਕਾਲ। ਕੋਈ ਨਾ ਯਾਰ, ਕੋਈ ਨਾ, ਸਭ ਤੋਂ ਗਲਤੀਆਂ ਹੋ ਜਾਂਦੀਆਂ। ਮੈਂ ਵੀ ਲਿਖ ਦਿੰਦੀ ਆ ਕਈ ਵਾਰੀ ਗਲਤੀ ਨਾਲ, ਐਡੀ ਕਿਹੜੀ ਗੱਲ ਆ। ਸਤਵੀਰ, ਨਿਊ ਸਟੂਡੈਂਟਸ ਨੇ ਪਹਿਲੀ ਗੱਲ ਤਾਂ ਜਿਹੜਾ ਹੋਣ ਵਾਲਾ ਟੈਸਟ ਹੋਇਆ ਨਿਊ ਸਟੂਡੈਂਟਸ ਨੇ ਬਿਲਕੁਲ ਨਹੀਂ ਦੇਣਾ, ਇਹ 올ਡ ਸਟੂਡੈਂਟਸ ਨੇ ਦੇਣਾ। ਮੈਂ ਪਹਿਲਾਂ ਵੀ ਕਿਹਾ ਸੀ ਨਿਊ ਸਟੂਡੈਂਟਸ ਇਹ ਵਾਲਾ ਟੈਸਟ ਨਹੀਂ ਦੇਣਗੇ, ਤੁਸੀਂ ਬੌਂਦਲ ਜਾਓਗੇ। ਪਹਿਲਾਂ ਕਵਰ ਕਰੋ ਸਿਲੇਬਸ, ਆਫਟਰ ਦੈਟ ਯੂ ਕੈਨ ਗੋ ਫॉर द टेस्ट।